हाँ जी दोस्तों, स्वागत है थोड़े सब ਦਾ ਹੀ ਜੀ ਤੁਹਾਡੇ ਆਪਣੇ YouTube ਚੈਨਲ ਰੇਸ ਅਕੈਡਮੀ ਅਫੀਸ਼ੀਅਲ ਦੇ। ਸੋ ਦੋਸਤੋ ਅੱਜ ਕਾफ़ी ਦਿਨਾਂ ਬਾਅਦ ਹੁਣ ਆਪਾਂ ਦੁਬਾਰੇ ਕਰੰਟ ਅਫੇਅਰ ਨਿਊਜ਼ ਜੋ ਸ਼ੁਰੂ ਕਰਨ ਜਾ ਰਹੇ ਹਾਂਗੇ। ਪਹਿਲਾਂ ਥੋੜਾ ਹੈਲਥ ਇਸ਼ੂ ਹੈਗਾ ਸੀਗਾ, ਦੇਖੋ ਤੁਹਾਨੂੰ ਵੀ ਪਤਾ ਫਨਕਾਰ ਸਾਨੂੰ ਵੀ ਕੋਵਿਡ-19 ਪੋਜ਼ਿਟਿਵ ਜੋ ਆਏ ਸੀਗੇ, ਬਟ ਹੁਣ ਉਹ ਰਿਕਵਰ ਹੋਣਾ ਸ਼ੁਰੂ ਹੋ ਚੁੱਕੇ ਨੇਗੇ। ਬਾਕੀ ਮੈਨੂੰ ਵੀ ਥੋੜੀ ਜੀ ਹੈਲਥ ਇਸ਼ੂ ਸੀ, ਤਾਂ ਕਰਕੇ ਆਪਣੀ ਜੋ ਕਲਾਸਿਸ ਨਹੀਂ ਹੋ ਰਹੀਆਂ ਸੀਗੀਆਂ, ਬਟ ਹੁਣ ਇਸ ਤੋਂ ਬਾਅਦ ਆਪਣੀਆਂ ਕਲਾਸਿਸ ਬਿਲਕੁਲ ਕੰਟੀਨਿਊ ਆਉਣਗੀਆਂ। ਕੋਸ਼ਿਸ਼ ਕਰਾਂਗੇ ਵੀ ਜਿੰਨੀਆਂ ਵੀ ਆਪਣੀਆਂ ਕਰੰਟ ਅਫੇਅਰ ਨਿਊਜ਼ ਰਹਿੰਦੀਆਂ ਸੀ ਪਿਛਲੇ ਮਹੀਨੇ ਦੀਆਂ ਵੀ ਕਾफ़ੀ ਰਹਿੰਦੀਆਂ ਨੇ, ਜੋ ਅੱਜ ਆਪਾਂ ਦੇਖ ਲੈਣੀਆਂ ਅਪ੍ਰੈਲ ਮੰਥ ਦੀਆਂ ਸਾਰੀਆਂ ਕਰੰਟ ਅਫੇਅਰ ਨਿਊਜ਼। ਸੋ ਇਸ ਵੀਡੀਓ ਨੂੰ ਜ਼ਰੂਰ ਧਿਆਨ ਨਾਲ ਦੇਖਣਾ, ਬੜੀ ਇੰਪੋਰਟੈਂਟ ਇਹ ਵੀਡੀਓ ਰਹਿਣ ਵਾਲੀ ਹੈਗੀ, ਥੋੜੀ ਲੰਮੀ ਜ਼ਰੂਰ ਹੋ ਸਕਦੀ ਹੈ ਆਪਣੀਆਂ ਪਹਿਲਾਂ ਵਾਲੀਆਂ ਵੀਡੀਓ ਨਾਲੋਂ। ਬਾਕੀ ਇਸ ਤੋਂ ਇਲਾਵਾ ਜਿੰਨੇ ਵੀ ਆਪਣੇ ਆ ਮਹੀਨੇ ਦੇ ਵੀ 10 ਕੁ ਦਿਨ ਜਿਹੜੇ ਆਪਣੇ ਰਹਿ ਗਏ ਨੇਗੇ, ਠੀਕ ਹੈ ਨਾ, ਉਹਨਾਂ ਬਾਰੇ ਵੀ ਆਪਾਂ ਸਾਰਿਆਂ ਬਾਰੇ ਗੱਲਬਾਤ ਜ਼ਰੂਰ ਕਰ ਲਾਂਗੇ ਆਉਣ ਵਾਲੇ 1-2 ਦਿਨਾਂ ਦੇ ਵਿੱਚ। ਔਰ ਇਸ ਤੋਂ ਇਲਾਵਾ ਹੁਣ ਕਲਾਸ ਜਿਹੜੀ ਆਪਣੀ ਕੰਟੀਨਿਊ ਜ਼ਰੂਰ ਰਹੇਗੀ। ਬਾਕੀ ਇਸ ਤੋਂ ਇਲਾਵਾ ਜ਼ਿਆਦਾ ਗੱਲਾਂ ਆਪਾਂ ਨਾ ਕਰਦੇ ਹੋਏ ਆਪਾਂ ਆਪਣੇ ਕੰਮ 'ਤੇ ਫੋਕਸ ਕਰੀਏ ਜੀ। ਜੋ ਆਪਣੀਆਂ ਕਰੰਟ ਅਫੇਅਰ ਨਿਊਜ਼ ਰਹਿੰਦੀਆਂ ਸੀਗੀਆਂ, ਬਿਨਾਂ ਕਿਸੇ ਦੇਰੀ ਤੋਂ ਅੱਜ ਦੀ ਕਲਾਸ ਆਪਾਂ ਸ਼ੁਰੂ ਕਰਦੇ ਹਾਂ। ਕਲਾਸ ਸ਼ੁਰੂ ਕਰਨ ਤੋਂ ਪਹਿਲਾਂ ਆਪਣੀ ਹਾਜ਼ਰੀ ਲਵਾ ਦਿਓ। ਹਾਜ਼ਰੀ ਕਿਵੇਂ ਲਵਾਓਗੇ? ਲਾਈਕ ਵਾਲਾ ਬਟਨ ਦੱਬ ਕੇ। ਔਰ ਕਲਾਸ ਦੇ ਵਿਚਕਾਰ ਅਗਰ ਕਲਾਸ ਵਧੀਆ ਵੀ ਲੱਗੀ ਤਾਂ ਇਹਨੂੰ ਨੀਚੇ ਕਮੈਂਟ ਸੈਕਸ਼ਨ ਵਿੱਚ ਵੀ ਜ਼ਰੂਰ ਆਪਣੇ ਸੁਝਾਅ ਜ਼ਰੂਰ ਦੇਣੇ ਆ ਕਲਾਸ ਬਾਰੇ, ਠੀਕ ਹੈ ਜੀ। ਸੋ ਬਾਕੀ ਬਿਨਾਂ ਕਿਸੇ ਦੇਰੀ ਤੋਂ ਕਲਾਸ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾ ਕੁਐਸਚਨ ਅੱਜ ਦੀ ਕਲਾਸ ਦਾ ਜੀ ਆਪਣਾ, who has been appointed as the Chief Justice of Calcutta High Court? ਕਹਿੰਦੇ ਜੀ ਕਲਕੱਤਾ ਹਾਈ ਕੋਰਟ ਦਾ ਅਗਲਾ ਚੀਫ ਜਸਟਿਸ ਹੁਣ ਕਿਸ ਨੂੰ ਨਿਯੁਕਤ ਕੀਤਾ ਗਿਆ ਗਾ। ਸੋ ਅਗਰ ਆਪਾਂ ਗੱਲ ਕਰੀਏ, ਬਹੁਤ ਸਾਰੇ ਜੋ ਚੀਫ ਜਸਟਿਸ ਦੀ ਨਿਊ ਅਪਾਇੰਟਮੈਂਟ ਹੁਣ ਹੋਈ ਸੀ ਉਹਨਾਂ ਬਾਰੇ ਵੀ ਖੈਰ ਆਪਾਂ ਗੱਲ ਕਰਾਂਗੇ। ਪਹਿਲਾਂ ਕੁਐਸਚਨ ਵਿੱਚ ਪੁੱਛਿਆ ਆਪਾਂ ਨੂੰ ਜੋ ਕਲਕੱਤਾ ਹਾਈ ਕੋਰਟ ਦੇ ਅਗਲੇ ਚੀਫ ਜਸਟਿਸ ਬਣੇ ਨੇਗੇ। ਸੋ ਇਹਨਾਂ ਨਾਮ ਯਾਦ ਰੱਖਣਾ, ਰਾਜੇਸ਼ ਬਿੰਦਲ ਹੈਗਾ ਜੀ ਇਹਨਾਂ ਦਾ ਨਾਮ। ਆਪਸ਼ਨ ਨੰਬਰ ਏ ਇੱਥੇ ਬਿਲਕੁਲ ਆਪਣਾ ਰਾਈਟ ਆਨਸਰ ਹੋ ਜਾਵੇਗਾ, ਠੀਕ ਹੈ ਜੀ। ਸੋ ਇਹਨਾਂ ਬਾਰੇ ਜ਼ਰੂਰ ਧਿਆਨ ਵਿੱਚ ਰੱਖਣਾ। ਇਹ ਤਾਂ ਗੱਲ ਹੋਊਗੀ ਦੇਖੋ ਕਲਕੱਤਾ ਹਾਈ ਕੋਰਟ ਦੀ। ਵੈਸੇ ਆਪਸ਼ਨ ਨੰਬਰ ਬੀ ਵਿੱਚ ਤੁਸੀਂ ਨਾਂ ਦੇਖ ਰਹੇ ਹੋ ਐਨ ਵੀ ਰਮਨਾ ਦਾ। ਐਨ ਵੀ ਰਮਨਾ ਨਾਂ ਮੋਸਟ ਇੰਪੋਰਟੈਂਟ ਹੈਗਾ। ਕਿਉਂ ਇੰਪੋਰਟੈਂਟ ਹੈ? ਕਿਉਂਕਿ ਆਪਣੇ ਭਾਰਤ ਦੇ ਜੋ ਸੁਪਰੀਮ ਕੋਰਟ ਹੈ ਉਹਦੇ ਹੁਣ ਨਵੇਂ ਆਪਣੇ ਜੋ CJI ਬਣੇ ਨੇ, ਚੀਫ ਜਸਟਿਸ ਆਫ ਇੰਡੀਆ ਬਣੇ ਨੇ। ਔਰ ਇਹ ਵੀ ਨਾਲ ਯਾਦ ਰੱਖਣਾ ਕਿੰਨਵੇਂ ਨੰਬਰ ਦੇ ਬਣੇ ਨੇ, 48 ਜਾਣੀ ਕਿ 48ਵੇਂ ਨੰਬਰ ਦੇ ਆਪਣੇ ਭਾਰਤ ਦੇ ਚੀਫ ਜਸਟਿਸ ਇਹ ਹੈਗੇ ਨੇਗੇ। ਬਾਕੀ ਰਵੀ ਸ਼ੰਕਰ ਜਹਾਂ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈਗਾ, ਕਿਉਂਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਨੇ ਇਹ। ਔਰ ਇਸ ਤੋਂ ਇਲਾਵਾ ਤੁਹਾਨੂੰ ਮੈਂ ਕਿਹਾ ਵੀ ਦੇਖੋ ਕਈ ਨਵੇਂ ਜੋ ਆਪਣੇ ਚੀਫ ਜਸਟਿਸ ਦੀ ਅਪੁਆਇੰਟਮੈਂਟ ਹੋਈ ਹੈਗੀ, ਇਹਨਾਂ ਵਿੱਚ ਨਾਂ ਸ਼ਾਮਲ ਇੱਕ ਹੈਗਾ ਹੀਮਾ ਕੋਹਲੀ ਦਾ। ਹੀਮਾ ਕੋਹਲੀ ਦਾ ਨਾਂ ਤਾਂ ਵੀ ਇੰਪੋਰਟੈਂਟ ਹੈ ਕਿਉਂਕਿ ਪਹਿਲੀ ਵਾਰ ਕੋਈ ਮਹਿਲਾ ਤੇਲੰਗਾਨਾ ਸਟੇਟ ਦੀ ਕੀ ਹੈਗੀ ਚੀਫ ਜਸਟਿਸ ਬਣੀ ਹੈ ਹਾਈ ਕੋਰਟ ਦੀ, ਤਾਂ ਕਰਕੇ ਹੀਮਾ ਕੋਹਲੀ ਦਾ ਨਾਂ ਇੰਪੋਰਟੈਂਟ ਹੈਗਾ। ਸੋ ਇਹਨਾਂ ਨਾਂ ਬਾਰੇ ਵੀ ਜ਼ਰੂਰ ਧਿਆਨ ਵਿੱਚ ਰੱਖਣਾ, ਇਹ ਬੜੇ ਇੰਪੋਰਟੈਂਟ ਨੇਗੇ। ਬਾਕੀ ਇਸ ਤੋਂ ਇਲਾਵਾ 1-2 ਨਾਮ ਹੋਰ ਨੇ ਵੈਸੇ, ਜਿਵੇਂ ਮੁਹੰਮਦ ਰਫੀਕ ਹੋਰਾਂ ਦੀ ਅਗਰ ਆਪਾਂ ਗੱਲ ਕਰੀਏ ਤਾਂ ਮੱਧ ਪ੍ਰਦੇਸ਼ ਦੇ ਬਣੇ ਨੇਗੇ ਇਹ। ਐਸ ਮੁਰਲੀਧਰ ਹੈਗੇ ਨੇ ਇੱਕ। ਔਰ ਇਹਨਾਂ ਦੀ ਗੱਲ ਕਰੀਏ ਤਾਂ ਉੜੀਸਾ ਹਾਈ ਕੋਰਟ ਦੇ ਚੀਫ ਜਸਟਿਸ ਬਣੇ ਸੀ ਜੀ। ਬਾਕੀ ਇੱਕ ਸੀਗੇ JK ਮਹੇਸ਼ਵਰੀ, ਔਰ ਇਹ ਬਣੇ ਸੀ ਸਿੱਕਮ ਹਾਈ ਕੋਰਟ ਦੇ ਚੀਫ ਜਸਟਿਸ। ਵੈਸੇ ਇੱਕ ਹੋਰ ਨਾਮ ਯਾਦ ਰੱਖਣਾ AK ਗੋਸਵਾਮੀ ਆ। AK ਗੋਸਵਾਮੀ ਦੀ ਮੈਂ ਗੱਲ ਕਰਾਂ ਤਾਂ ਆਂਧਰਾ ਪ੍ਰਦੇਸ਼ ਹਾਈ ਕੋਰਟ ਦੇ ਚੀਫ ਜਸਟਿਸ ਬਣੇ ਸੀਗੇ। ਤਾਂ ਘੱਟੋ ਘੱਟ ਆਪਾਂ ਨੂੰ ਇੰਨੇ ਕੁ ਨਾਮ ਯਾਦ ਰੱਖਣੇ ਪੈਣਗੇ ਕਿਉਂਕਿ ਇਹ ਲੇਟੈਸਟ ਪੁਆਇੰਟ ਹੋਏ ਨੇਗੇ, ਠੀਕ ਹੈ ਜੀ। ਸੋ ਇਹਨਾਂ ਬਾਰੇ ਯਾਦ ਰੱਖਣਾ। ਸੋ ਗੱਲ ਕਰਦੇ ਹਾਂ ਨੈਕਸਟ ਕੁਐਸਚਨ ਬਾਰੇ। ਹੂ ਇਜ਼ ਦੀ ਨੈਕਸਟ ਚੇਅਰਮੈਨ ਐਂਡ MD ਆਫ BEML, ਜਾਣੀ ਕਿ ਜੀ ਭਾਰਤ ਅਰਥ ਮੂਵਰ ਲਿਮਟਿਡ ਇੱਕ ਕੰਪਨੀ ਹੈਗੀ। ਇਹਦੇ ਆਪਾਂ ਨੂੰ ਦੱਸਣਾ ਵੀ ਅਗਲੇ ਚੇਅਰਮੈਨ ਅਤੇ MD ਹੁਣ ਕਿਸ ਨੂੰ ਨਿਯੁਕਤ ਕੀਤਾ ਗਿਆ ਗਾ। ਦੇਖੋ ਗੱਲ ਕਰਾਂ ਪਹਿਲਾਂ BEML ਜਾਣੀ ਕਿ ਭਾਰਤ ਅਰਥ ਮੂਵਰ ਲਿਮਟਿਡ ਦੀ। ਇਹ ਜਿਹੜੀ ਕੰਪਨੀ ਹੈਗੀ ਤੁਹਾਨੂੰ ਇਹਦਾ ਹੈੱਡਕੁਆਟਰ ਬੈਂਗਲੁਰੂ ਸ਼ਹਿਰ ਵਿੱਚ ਦੇਖਣ ਨੂੰ ਮਿਲੇਗਾ, ਜਾਣੀ ਕਿ ਕਰਨਾਟਕਾ ਸਟੇਟ ਵਿੱਚ। ਔਰ ਜਿਹੜੀ ਕੰਪਨੀ ਹੈ BEML, ਇੱਕ ਜਿਹੜੇ ਵੀ ਆਪਣੇ ਹੈਵੀ ਇਕਵਿਪਮੈਂਟਸ ਹੁੰਦੇ ਨੇਗੇ ਜਾਂ ਕਿਸੇ ਡਿਫੈਂਸ ਨਾਲ ਰਿਲੇਟਡ ਆਪਣੇ ਜਾਂ ਫਿਰ ਰੇਲਵੇ ਵਹੀਕਲ ਨਾਲ ਰਿਲੇਟਡ, ਉਹਨਾਂ ਨਾਲ ਰਿਲੇਟਡ ਸਮਾਨ ਵਗੈਰਾ ਇਹ ਕੰਪਨੀ ਤਿਆਰ ਕਰਦੀ ਹੈਗੀ। ਔਰ ਇਸ ਕੰਪਨੀ ਦੇ ਹੁਣ ਅਗਲੇ ਚੇਅਰਮੈਨ ਅਤੇ MD ਨਿਯੁਕਤ ਕੀਤਾ ਗਿਆ ਗਾ। ਔਰ ਇਹਨਾਂ ਦਾ ਨਾਮ ਅਗਰ ਮੈਂ ਗੱਲ ਕਰਾਂ ਤਾਂ ਅਮਿਤ ਬੈਨਰਜੀ ਹੈਗਾ ਗਾ, ਠੀਕ ਹੈ ਜੀ। ਆਪਸ਼ਨ ਨੰਬਰ ਏ ਵਿੱਚ ਤੁਸੀਂ ਇਹਨਾਂ ਨਾਂ ਦੇਖ ਰਹੇ ਹੋਗੇ, ਸਿੱਧਾ ਇਹਨਾਂ ਦਾ ਨਾਮ ਹੀ ਯਾਦ ਰੱਖਣਾ, ਇਹ ਇੰਪੋਰਟੈਂਟ। ਬਾਕੀ ਇਸ ਤੋਂ ਇਲਾਵਾ ਦੇਖੋ ਬਾਕੀ ਜਿਹੜੇ ਆਪਸ਼ਨਾਂ ਹੈਗੀਆਂ ਨੇ ਇਹ ਵੀ ਬੜੀਆਂ ਇੰਪੋਰਟੈਂਟ ਨੇ, ਇਹਨਾਂ ਬਾਰੇ ਜ਼ਰੂਰ ਧਿਆਨ ਵਿੱਚ ਰੱਖਣਾ। ਸੁਭਾਸ਼ ਕੁਮਾਰ ਦੀ ਮੈਂ ਗੱਲ ਕਰਾਂ ਅਗਰ ਆਪਸ਼ਨ ਨੰਬਰ B ਦੀ, ਥੋੜ੍ਹੇ ਦਿਨ ਪਹਿਲਾਂ ਹੀ ਇਹਨਾਂ ਨੂੰ ਆਪਣੇ ਆਇਲ ਐਂਡ ਨੈਚੁਰਲ ਗੈਸ ਕਾਰਪੋਰੇਸ਼ਨ ਹੈ ਜੋ ਉਹਦੇ ਚੇਅਰਮੈਨ ਅਤੇ MD ਵਜੋਂ ਨਿਯੁਕਤ ਕੀਤਾ ਗਿਆ ਸੀ। ਵੈਸੇ ਇਹਨਾਂ ਵਾਲਾ ਕੁਐਸਚਨ ਆਪਾਂ ਅੱਗੇ ਪੜ੍ਹਾਂਗੇ ਅੱਜ ਵਾਲੀ ਕਲਾਸ ਵਿੱਚ। ਔਰ ਗੱਲ ਕਰਾਂ ਜੀ RK ਛਿੱਬਰ ਬਾਰੇ, ਇਹਨਾਂ ਨੂੰ ਹੁਣ ਜੰਮੂ ਅਤੇ ਕਸ਼ਮੀਰ ਬੈਂਕ ਦੇ ਨਵੇਂ ਚੇਅਰਮੈਨ ਅਤੇ MD ਨਿਯੁਕਤ ਕੀਤਾ ਗਿਆ। ਔਰ ਉਰਜਿਤ ਪਟੇਲ ਆਪਣੇ RBI ਦੇ ਗਵਰਨਰ ਵੀ ਰਹਿ ਚੁੱਕੇ ਨੇਗੇ। ਔਰ ਹੁਣ ਰੀਸੈਂਟਲੀ ਇਹਨਾਂ ਨੂੰ ਐਡੀਸ਼ਨਲ ਡਾਇਰੈਕਟਰ ਚੁਣਿਆ ਗਿਆ ਹੈਗਾ ਬ੍ਰਿਟਾਨੀਆ ਇੰਡਸਟਰੀਜ਼ ਦੇ, ਠੀਕ ਹੈ ਨਾ। ਤਾਂ ਇਹਨਾਂ ਬਾਰੇ ਵੀ ਜ਼ਰੂਰ ਧਿਆਨ 'ਚ ਰੱਖਣਾ। ਸੋ ਗੱਲ ਕਰਦੇ ਹਾਂ ਜੀ ਨੈਕਸਟ ਕੁਐਸਚਨ ਬਾਰੇ।
ਹੂ ਹੈਜ਼ ਬੀਨ ਅਪਾਇੰਟਡ ਬਾਈ ਦੀ ਜੈਪਨੀਜ਼ ਸਪੋਰਟਸ ਬੀਅਰ ਬ੍ਰਾਂਡ ਐਜ਼ ਇਟਸ ਬ੍ਰਾਂਡ ਐਂਬੈਸਡਰ। ਕਹਿੰਦੇ ਜੀ ਜਾਪਾਨੀ ਕੰਪਨੀ ਹੈ ਇੱਕ ਜਿਹਦਾ ਨਾਂ ਹੈਗਾ ASICS, ਇਹਨੇ ਆਪਣਾ ਜੀ ਬ੍ਰਾਂਡ ਐਂਬੈਸਡਰ ਹੁਣ ਕਿਸ ਨੂੰ ਚੁਣਿਆ ਗਾ। ਅਗਰ ਆਪਾਂ ਇਸ ਕੰਪਨੀ ਦੀ ਗੱਲ ਕਰੀਏ, ਦੇਖੋ ਜਿਹੜੀ ਕੰਪਨੀ ਜੋ ਵੀ ਆਪਣਾ ਸਪੋਰਟਸ ਨਾਲ ਰਿਲੇਟਡ ਸਮਾਨ ਹੁੰਦਾ ਗਾ ਉਹ ਵਗੈਰਾ ਇਹ ਤਿਆਰ ਕਰਦੀ ਆ, ਔਰ ਇਹਦਾ ਜੋ ਦੇਖੋ ਉੱਪਰ ਹੀ ਲਿਖਿਆ ਜਾਪਾਨੀ ਕੰਪਨੀ, ਤਾਂ ਸੁਭਾਵਿਕ ਜੀ ਗੱਲ ਹੈ ਇਹਦਾ ਹੈੱਡਕੁਆਟਰ ਤੁਹਾਨੂੰ ਜਾਪਾਨ ਵਿੱਚ ਦੇਖਣ ਨੂੰ ਮਿਲੇਗਾ। ਔਰ ਇਸ ਕੰਪਨੀ ਦੇ ਵੱਲੋਂ ਜੋ ਆਪਣਾ ਬ੍ਰਾਂਡ ਅੰਬੈਸਡਰ ਹੈਗਾ ਉਹ ਹੁਣ ਚੁਣਿਆ ਜੀ ਰਵਿੰਦਰ ਜਡੇਜਾ ਨੂੰ। ਆਪਸ਼ਨ ਨੰਬਰ B ਇੱਥੇ ਰਾਈਟ ਆਨਸਰ ਹੋ ਜਾਏਗਾ। ਸੋ ਆਪਾਂ ਨੂੰ ਇਸ ਕੁਐਸਚਨ ਨਾਲ ਰਿਲੇਟਡ ਕੇਵਲ ਰਵਿੰਦਰ ਜਡੇਜਾ ਦਾ ਨਾਮ ਹੀ ਯਾਦ ਰੱਖਣਾ। ਤੁਹਾਨੂੰ ਪਤਾ ਹੋਏਗਾ ਆਪਣੀ ਇੰਡੀਅਨ ਕ੍ਰਿਕਟ ਟੀਮ ਦੇ ਵਿੱਚ ਹੈਗੇ ਨੇ ਰਵਿੰਦਰ ਜਡੇਜਾ। ਸੋ ਗੱਲ ਕਰਦੇ ਹਾਂ ਜੀ ਨੈਕਸਟ ਕੁਐਸਚਨ ਬਾਰੇ। ਹੂ ਲਾਂਚ ਦੀ ਸੰਕਲਪ ਸੇ ਸਿੱਧੀ ਵਿਲੇਜ ਐਂਡ ਡਿਜੀਟਲ ਕਨੈਕਟ ਡਰਾਈਵ। ਕਹਿੰਦੇ ਜੀ ਸੰਕਲਪ ਸੇ ਸਿੱਧੀ ਨਾਂ ਦੀ ਇੱਕ ਨਾ ਪਹਿਲ ਸ਼ੁਰੂ ਕੀਤੀ ਗਈ ਹੈ, ਇਹ ਕਿਸ ਨੇ ਹੁਣ ਸ਼ੁਰੂ ਕੀਤੀ ਆ। ਦੇਖੋ ਅਗਰ ਮੈਂ ਗੱਲ ਕਰਾਂ ਸੰਕਲਪ ਸੇ ਸਿੱਧੀ, ਇਹ ਇਸ ਤਰੀਕੇ ਦੀ ਇੱਕ ਪਹਿਲ ਹੈਗੀ ਜਿਹੜੇ ਵੀ ਆਪਣੇ ਭਾਰਤ ਦੇ ਪਿਛੜੇ ਇਲਾਕੇ ਨੇ, ਖਾਸ ਕਰਕੇ ਤੁਸੀਂ ਕਹਿ ਸਕਦੇ ਹੋ ਯੂਪੀ ਆਦੀਵਾਸੀਆਂ ਨਾਲ ਰਿਲੇਟਡ ਜੋ ਇਲਾਕੇ ਹੈਗੇ ਨੇ ਜਾਂ ਕਬੀਲੇ ਹੈਗੇ ਨੇ ਭਾਰਤ ਦੇ, ਔਰ ਉਹਨਾਂ ਵਾਸਤੇ ਉਹਨਾਂ ਨੂੰ ਡਿਜੀਟਲੀ ਕਨੈਕਟ ਕਰਨ ਵਾਸਤੇ ਸੰਕਲਪ ਸੇ ਸਿੱਧੀ ਨਾਂ ਦੀ ਪਹਿਲ ਸ਼ੁਰੂ ਕੀਤੀ ਗਈ ਹੈਗੀ। ਔਰ ਗੱਲ ਕਰਾਂ ਇਸ ਪਹਿਲ ਨੂੰ ਦੀ ਸ਼ੁਰੂਆਤ ਕੀਤੀ ਹੈ ਜੀ ਟ੍ਰਾਈਫੈਡ ਦੇ ਵੱਲੋਂ ਇਹਨੂੰ ਸ਼ੁਰੂ ਕੀਤਾ ਗਿਆ। ਆਪਸ਼ਨ ਨੰਬਰ C ਇੱਥੇ ਰਾਈਟ ਆਨਸਰ ਹੋ ਜਾਏਗਾ। ਸੋ ਇਹਨਾਂ ਬਾਰੇ ਜ਼ਰੂਰ ਧਿਆਨ ਵਿੱਚ ਰੱਖਣਾ। ਬਾਕੀ ਦੇਖੋ ਟ੍ਰਾਈਫੈਡ ਬਾਰੇ ਕਈਆਂ ਨੂੰ ਨਹੀਂ ਪਤਾ ਹੋਏਗਾ। ਦੇਖੋ ਆਪਣੀ ਜੋ ਇੱਕ ਮਿਨਿਸਟਰੀ ਹੈਗੀ ਮਿਨਿਸਟਰੀ ਆਫ ਟਰਾਈਬਲ ਅਫੇਅਰਸ, ਠੀਕ ਹੈ ਨਾ, ਜਿਸ ਦੇ ਕਿ ਮਿਨਿਸਟਰ ਹੈਗੇ ਨੇ ਅਰਜੁਨ ਮੁੰਡਾ, ਸੋਨੇ ਇਹਨਾਂ ਦਾ ਨਾਮ ਸੁਣਿਆ ਹੋਏਗਾ। ਔਰ ਇਸ ਮਿਨਿਸਟਰੀ ਆਫ ਟਰਾਈਬਲ ਅਫੇਅਰ ਦੇ ਅੰਡਰ ਹੀ ਇਹ ਸੰਸਥਾ ਕੰਮ ਕਰਦੀ ਹੈਗੀ ਟ੍ਰਾਈਫੈਡ। ਔਰ ਇਹਦਾ ਪੂਰਾ ਨਾਮ ਵੈਸੇ ਹੁੰਦਾ ਗਾ ਟਰਾਈਬਲ ਕੋਆਪਰੇਟਿਵ ਮਾਰਕੀਟਿੰਗ ਫੈਡਰੇਸ਼ਨ ਆਫ ਇੰਡੀਆ। ਔਰ ਇਸ ਦੇ ਵੱਲੋਂ ਹੁਣ ਜੀ ਸੰਕਲਪ ਸੇ ਸਿੱਧੀ ਨਾਂ ਦੀ ਪਹਿਲ ਨੂੰ ਸ਼ੁਰੂ ਕੀਤਾ ਗਿਆ ਗਾ। ਸੋ ਇਹਦੇ ਬਾਰੇ ਤੁਸੀਂ ਬਸ ਇੰਨਾ ਹੀ ਯਾਦ ਰੱਖਣਾ। ਬਾਕੀ ਟ੍ਰਾਈਫੈਡ ਬਾਰੇ ਆਪਾਂ ਗੱਲ ਕਰੀਏ ਤਾਂ ਇਹਦਾ ਪੂਰਾ ਨਾਮ ਤੁਹਾਨੂੰ ਮੈਂ ਦੱਸ ਹੀ ਦਿੱਤਾ, ਟਰਾਈਬਲ ਕੋਆਪਰੇਟਿਵ ਮਾਰਕੀਟਿੰਗ ਫੈਡਰੇਸ਼ਨ ਆਫ ਇੰਡੀਆ। ਔਰ ਇਹਦੀ ਸਥਾਪਨਾ ਆਪਣੇ ਭਾਰਤ ਵਿੱਚ 1987 'ਚ ਹੋਈ ਸੀਗੀ। ਹੈੱਡਕੁਆਟਰ ਤੁਹਾਨੂੰ ਨਵੀਂ ਦਿੱਲੀ ਵਿੱਚ ਦੇਖਣ ਨੂੰ ਮਿਲੇਗਾ ਜੀ। ਔਰ ਇਸ ਤੋਂ ਇਲਾਵਾ ਦੇਖੋ ਜਿਹੜੀ ਟ੍ਰਾਈਫੈਡ ਤੁਹਾਨੂੰ ਮੈਂ ਦੱਸੀ ਤਾਂ ਆਪਣੀ ਜੋ ਮਿਨਿਸਟਰੀ ਆਫ ਟਰਾਈਬਲ ਅਫੇਅਰ ਆ ਉਹਦੇ ਅੰਡਰ ਹੀ ਇਹ ਕੰਮ ਕਰਦੀ ਆ। ਸੋ ਗੱਲ ਕਰਦੇ ਹਾਂ ਨੈਕਸਟ ਕੁਐਸਚਨ ਬਾਰੇ। ਸੋ ਨੈਕਸਟ ਸਕਰੀਨ 'ਤੇ ਆਪਣਾ ਜੋ ਕੁਐਸਚਨ ਹੈ ਪੰਜਾਬੀ ਵਿੱਚ ਥੋੜ੍ਹੇ ਮਿਸਟੇਕ ਹੈਗੀ, ਪਿਛਲਾ ਕੁਐਸਚਨ ਹੀ ਲਿਖਿਆ ਹੋਇਆ ਪੰਜਾਬੀ ਦੇ ਵਿੱਚ, ਤਾਂ ਤੁਹਾਨੂੰ ਮੈਂ ਪੰਜਾਬੀ ਵਿੱਚ ਦੱਸ ਦੇਵਾਂਗਾ। ਔਰ ਗੱਲ ਕਰਦੇ ਕੁਐਸਚਨ ਬਾਰੇ, ਕਹਿੰਦੇ ਪ੍ਰਸ਼ਨ ਹੈ ਜੀ ਆਪਣਾ ਵੇਅਰ ਵਾਜ਼ ਇੰਡੀਆਜ਼ ਫਸਟ ਇੰਡੋ ਕੋਰੀਅਨ ਫਰੈਂਡਸ਼ਿਪ ਪਾਰਕ ਇਨੋਗ੍ਰੇਟਡ। ਕੁਐਸਚਨ ਬੜਾ ਇੰਪੋਰਟੈਂਟ ਹੈ ਜੀ ਕਿਉਂਕਿ ਭਾਰਤ ਦਾ ਅਜਿਹਾ ਪਹਿਲਾ ਫਰੈਂਡਸ਼ਿਪ ਪਾਰਕ ਹੈਗਾ ਜੋ ਕਿਸੇ ਦੇਸ਼ ਨਾਲ ਲੱਗ ਕੇ ਖੋਲ੍ਹਿਆ ਗਿਆ ਗਾ। ਔਰ ਜਿਹੜਾ ਦੇਸ਼ ਹੈਗਾ ਇਹ ਇੰਡੀਆ ਅਤੇ ਦੂਜਾ ਦੇਸ਼ ਆਪਣਾ ਹੈਗਾ ਗਾ ਕੋਰੀਅਨ। ਕੋਰੀਅਨ ਕਿਹਦੀ ਗੱਲ ਕੀਤੀ ਗਈ ਹੈ, ਜਦ ਤੱਕ ਨਾ ਸਾਊਥ ਕੋਰੀਆ ਦੀ ਗੱਲ ਕੀਤੀ ਗਿਆ। ਦੋਨਾਂ ਦੇਸ਼ਾਂ ਦੇ ਜੋ ਆਪਣੇ ਰੱਖਿਆ ਮੰਤਰੀ ਨੇ, ਆਪਣੇ ਭਾਰਤ ਦੇ ਰੱਖਿਆ ਮੰਤਰੀ ਹੈਗੇ ਨੇ ਰਾਜਨਾਥ ਸਿੰਘ। ਗੱਲ ਕਰਾਂ ਮੈਂ ਸਾਊਥ ਕੋਰੀਆ ਦੇ ਜੋ ਡਿਫੈਂਸ ਮਿਨਿਸਟਰ ਨੇ, ਰੱਖਿਆ ਮੰਤਰੀ ਨੇਗੇ ਸ਼ੂ ਬੂਕ ਇਹਨਾਂ ਨਾਮ, ਸ਼ੂ ਬੁੱਕ ਦੇ ਵੱਲੋਂ ਔਰ ਰਾਜਨਾਥ ਸਿੰਘ ਦੇ ਵੱਲੋਂ ਦੋਨਾਂ ਦੇਸ਼ਾਂ ਵਿਚਕਾਰ ਆਪਸੀ ਭਾਈਚਾਰੇ ਨੂੰ ਲੈ ਕੇ ਇੱਕ ਫਰੈਂਡਸ਼ਿਪ ਪਾਰਕ ਖੋਲ੍ਹਿਆ ਗਿਆ ਗਾ। ਖੋਲ੍ਹਿਆ ਕਿੱਥੇ ਗਿਆ ਭਲਾ, ਤਾਂ ਆਪਣੇ ਦੇਸ਼ ਦੀ ਜੋ ਰਾਜਧਾਨੀ ਹੈ ਜੀ ਦਿੱਲੀ, ਠੀਕ ਹੈ ਨਾ, ਤਾਂ ਦਿੱਲੀ ਦੇ ਵਿੱਚ ਇਸ ਪਾਰਕ ਨੂੰ ਖੋਲ੍ਹਿਆ ਗਿਆ ਗਾ। ਅਤੇ ਇਹ ਕੁਐਸਚਨ ਬੜਾ ਇੰਪੋਰਟੈਂਟ ਹੈਗਾ, ਇਹਦੇ ਬਾਰੇ ਤੁਸੀਂ ਜ਼ਰੂਰ ਧਿਆਨ ਵਿੱਚ ਰੱਖਣਾ। ਔਰ ਇਹਦਾ ਉਦਘਾਟਨ ਦੋਨਾਂ ਦੇਸ਼ਾਂ ਦੇ ਰੱਖਿਆ ਮੰਤਰੀ ਦੇ ਵੱਲੋਂ ਕੀਤਾ ਗਿਆ ਗਾ। ਬਾਕੀ ਇਹਦੇ ਬਾਰੇ ਤੁਸੀਂ ਇਹੀ ਯਾਦ ਰੱਖਣਾ, ਇਹੀ ਇੰਪੋਰਟੈਂਟ ਹੈ ਜੀ। ਔਰ ਸਾਊਥ ਕੋਰੀਆ ਦੀ ਵੈਸੇ ਗੱਲ ਕਰ ਲੈਂਦੇ ਹਾਂ। ਸਾਊਥ ਕੋਰੀਆ ਦੀ ਕੈਪੀਟਲ ਹੈਗੀ ਹੈ ਜੀ ਸਿਓਲ। ਕਰੰਸੀ ਦੀ ਮੈਂ ਗੱਲ ਕਰਾਂ ਤਾਂ ਬੌਨ ਇੱਥੇ ਜੀ ਤੁਹਾਨੂੰ ਕਰੰਸੀ ਮਿਲੇਗੀ। ਔਰ ਵੈਸੇ ਇੱਥੋਂ ਦੇ ਜੋ ਪ੍ਰੈਜ਼ੀਡੈਂਟ ਨੇ ਐਟ ਪ੍ਰੈਂਟ ਮੂਨ ਜੇ ਇਨ ਹੈ ਉਹਨਾਂ ਦਾ ਨਾਮ, ਤਾਂ ਇਹਨਾਂ ਬਾਰੇ ਵੀ ਤੁਸੀਂ ਯਾਦ ਰੱਖ ਸਕਦੇ ਹੋਗੇ। ਸੋ ਇੰਨੇ ਕੁ ਫੈਕਟ ਯਾਦ ਰੱਖਿਓ, ਇਸ ਕੁਐਸਚਨ ਨਾਲ ਰਿਲੇਟਡ ਬਹੁਤ ਨੇ। ਸੋ ਨੈਕਸਟ ਕੁਐਸਚਨ ਦੇ ਬਾਰੇ ਗੱਲ ਕਰਦੇ ਹਾਂ। ਹੂ ਹੈਜ਼ ਸੈਟ ਅ ਨਿਊ ਰਿਕਾਰਡ ਬਾਈ ਕਲਾਈਮਿੰਗ ਦੀ ਵਰਲਡਸ 10th ਹਾਈਐਸਟ ਮਾਊਂਟੇਨ ਪੀਕ ਮਾਊਂਟ ਅੰਨਪੂਰਨਾ। ਕਹਿੰਦੇ ਜੀ ਕਿਸ ਨੇ ਦੁਨੀਆ ਦੀ 10ਵੀਂ ਸਭ ਤੋਂ ਉੱਚੀ ਮਾਊਂਟ ਅੰਨਪੂਰਨਾ ਚੋਟੀ ਨੂੰ ਪਾਰ ਕਰਕੇ ਇੱਕ ਨਵਾਂ ਰਿਕਾਰਡ ਬਣਾਇਆ ਗਾ। ਇਹ ਕੁਐਸਚਨ ਇੰਪੋਰਟੈਂਟ ਹੈ ਜੀ ਕਿਉਂਕਿ ਜਿਹੜਾ ਰਿਕਾਰਡ ਹੁਣ ਸੈੱਟ ਕੀਤਾ ਆਪਣੇ ਭਾਰਤ ਦੀ ਪ੍ਰਿੰਕਾ ਮੋਹੰਤੇ ਦੇ ਵੱਲੋਂ ਸੈੱਟ ਕੀਤਾ ਗਿਆ ਗਾ। ਪ੍ਰਿੰਕਾ ਮੋਹੰਤੇ ਇਸ ਚੋਟੀ 'ਤੇ ਚੜ੍ਹਨ ਵਾਲੀ ਪਹਿਲੀ ਭਾਰਤੀ ਵੀ ਬਣੀ ਹੈਗੀ। ਔਰ ਇਹ ਮਹਾਰਾਸ਼ਟਰ ਸਟੇਟ ਤੋਂ ਹੈਗੀ ਜਿਸ ਨੇ ਕਿ ਮਾਊਂਟ ਅੰਨਪੂਰਨਾ 'ਤੇ ਚੜ੍ਹਾਈ ਕੀਤੀ ਹੈ। ਮਾਊਂਟ ਅੰਨਪੂਰਨਾ ਕੁਐਸਚਨ ਵਿੱਚ ਸਾਫ਼-ਸਾਫ਼ ਕਿਹਾ ਗਿਆ ਵੀ ਦੁਨੀਆ ਦੀ 10ਵੇਂ ਨੰਬਰ ਦੀ ਸਭ ਤੋਂ ਉੱਚੀ ਚੋਟੀ ਆ। ਔਰ ਇਹਦੇ ਬਾਰੇ ਯਾਦ ਰੱਖਣਾ। ਅੱਛਾ 10ਵੇਂ ਨੰਬਰ ਦੀ ਉੱਚੀ ਚੋਟੀ ਹੈ ਔਰ ਇਹਦੀ ਉਚਾਈ ਕਿੰਨੀ ਹੈ ਭਲਾ, ਤੇ ਇਹਦੀ ਉਚਾਈ ਹੈਗੀ ਹੈ ਜੀ 8091 ਮੀਟਰ ਹੈ ਇਹਦੀ ਉਚਾਈ। ਔਰ ਇਹ ਚੋਟੀ ਤੁਹਾਨੂੰ ਦੇਖਣ ਨੂੰ ਮਿਲੇਗੀ ਨੇਪਾਲ ਦੇ ਵਿੱਚ, ਠੀਕ ਹੈ ਨਾ, ਤਾਂ ਇਹਦੇ ਬਾਰੇ ਯਾਦ ਰੱਖਣਾ। ਅੱਛਾ ਆਪਣੇ ਵਰਲਡ ਦੀ ਸਭ ਤੋਂ ਹਾਈਐਸਟ ਚੋਟੀ ਜਿਹੜੀ ਉਹ ਕਿਹੜੀ ਹੈ ਭਲਾ ਦੀ, ਵਰਲਡ ਹਾਈਐਸਟ ਮਾਊਂਟ ਕਿਹੜੀ ਹੈਗੀ, ਮਾਊਂਟੇਨ ਕਿਹੜੀ ਹੈਗੀ, ਤਾਂ ਉਹਦੇ ਬਾਰੇ ਯਾਦ ਰੱਖਣਾ ਜੀ ਮਾਊਂਟ ਐਵਰੈਸਟ ਹੈਗੀ ਆ। ਇਹਦੇ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ। ਔਰ ਵੈਸੇ ਇੱਥੇ ਵੀ ਆਪਾਂ ਇੱਕ ਦੋ ਜੀਕੇ ਦੇ ਫੈਕਟਾਂ ਦੀ ਗੱਲ ਕਰੀਏ ਤਾਂ ਮਾਊਂਟ ਐਵਰੈਸਟ ਦੀ ਜੋ ਨਿਊ ਹਾਈਟ ਹੈ ਉਹਦੇ ਬਾਰੇ ਤੁਸੀਂ ਯਾਦ ਰੱਖਣਾ 8849 ਮੀਟਰ ਇਹਦੀ ਕੀ ਹੈਗੀ
न्यू हाइट हैगी माउंट एवरेस्ट की, ठीक है ना। तो ये बारे याद रखना। बाकी इस तो इलावा देखो एक दो फैक्ट अगर मैं क्वेश्चन करा भी अपने भारत की सब तो उच्ची चोटी किहड़ी हैगी, तो वो बारे तुसीं याद रखना। तो वह नाम है K2 चोटी नूं वैसे गॉडविन ऑस्टिन भी कहा जाता है। और K2 की मैं गल करा तो यह दुनिया की भी दूजे नंबर की सब तो उच्ची चोटी है और ये ऊंचाई हैगी है जी 8611 मीटर, ठीक है ना। और जी यह K2 है सोनू कराकोरम रेंज में देखने को मिलेगी अपने जम्मू कश्मीर में। वैसे जी कराकोरम रेंज है ना, ये चाइना और पाकिस्तान का जोड़ा बॉर्डर है, ठीक है, वो वालों जो अपना जम्मू कश्मीर का एरिया रोकया होया है उत्थे सूँ बॉर्डर पर देखने को मिलेगी K2। और इसके बारे भी तुसीं याद रख सकते हो। सो गल करते हैं जी आप हुण नैक्सट क्वेश्चन बारे। हू हैज़ बीन गिवन द एडिशनल चार्जिस ऑफ चेयरमैन एंड MD ऑफ ONGC। कहते जी ONGC के चेयरमैन और MD का वाधू चार्ज किसनूं दिता गया। अज की क्लास की शुरुआत में ही आप इन्हां बारे गल की, मैं दस्सिया सी कि क्वेश्चन भी आऊगा। ये ONGC बारे गल करिए तो ऑयल एंड नैचुरल गैस कॉरपोरेशन इसका नाम। और ये जो हुण नवे MD के चेयरमैन बने ने सुभाष कुमार बने ने, इन्हां बारे जरूर याद रखना, इंपोर्टेंट यह क्वेश्चन है। बाकी ONGC का जो हैडकुआटर है सूँ नवी दिल्ली में देखने को मिलेगा, ये बारे भी याद रखना। बाकी देखो इस क्वेश्चन रिलेट करके सूँ मैं एक दो फैक्ट दसदा, जिमें कि अपना ऑप्शन नंबर B, ये नाम मोस्ट इंपोर्टेंट है T रविशंकर का। T रविशंकर कौन ने भला। देखो आप पिछले महीने एक क्वेश्चन पढ़िया सी भी RBI के टोटल 4 डिप्टी गवर्नर होंगे ने और उन्होंने विचों एक डिप्टी गवर्नर जिन्हों का नाम सीगा BP कनूनगो, ठीक है ना, वो रिटायर हो गए सीगे। तो हुण RBI के 3 डिप्टी गवर्नर हैगे सीगे, पर इन्होंने एक होर डिप्टी गवर्नर की जरूरत सीगी। तो T रविशंकर नूं हुण रीसेंटली RBI का चौथा डिप्टी गवर्नर चुनिया गया गा, ठीक है ना। तो बड़ा मोस्ट इंपोर्टेंट नाम है, जरूर याद रखना। वैसे तो RBI के देखो मैं तुहानूं दस्सिया सी भी एक गवर्नर होंदा जो कि एट प्रेजेंट हैगे शक्तिकांत दास, ठीक है। 4 डिप्टी गवर्नर होंदे नेगे। हुण नवां एक चुनिया गया T रविशंकर नूं। बाकी 3 किहड़े रह गए भला, एक रह गया माइकल पात्रा, दूजे गए राजेश्वर राव और इस तो इलावा एक नाम हो रहा है मुकेश कुमार जैन, ठीक है ना। तो इन्हां बारे जरूर याद रखना। बाकी गल करिए ऑप्शन नंबर C दी, देखो अमिताभ चौधरी कौन है भला, एक्सिस बैंक के नवे MD ते CEO बने ने। ये नीरज बजाज बारे याद रखना, बजाज आटो के चेयरमैन बने ने उन्हें। सो इन्हां बारे भी जरूर ध्यान रखना, ये भी लेटेस्ट अपॉइंटमेंट हैगियां ने। सो गल करते हैं जी नैक्सट क्वेश्चन बारे। सो नैक्सट क्वेश्चन देखो अपन RBI नाल रिलेटेड ही देखने को मिल गया। पिछले क्वेश्चन में आप RBI के गवर्नर्स बारे गल की सीगी। क्वेश्चन अपना नैक्सट है कहते RBI हैज़ लिमिटेड दी टेन्योर ऑफ MD एंड CEO ऑफ कमर्शियल बैंक्स टू हाउ मैनी ईयर। RBI ने जो वपारक बैंकों के MD ते CEO के कार्यकाल नूं किन्ने समय तक सीमित किया गा। तो अगर मैं गल करा तो RBI ने हुण कहा भी जो भी अपने कमर्शियल बैंक हैगे ने उहदे कोई भी MD ते CEO 15 सालों तक बनिया रह सकता गा। ऑप्शन नंबर B इत्थे राइट आंसर आ जाएगा। RBI के वल्लों क्या गया कोई भी वह MD ते CEO 15 साल तक या फिर 70 साल की उम्र तक बनिया रह सकता, ये तुसीं जरूर याद रखना। बाकी RBI बारे गल कर लें, देखो रिजर्व बैंक ऑफ इंडिया भारत का केंद्री बैंक है। ये हैडकुआटर सूँ मुंबई में देखने को मिलेगा। स्थापना हुई सी 1 अप्रैल 1935 नूं। बाकी ये गवर्नर शक्तिकांत दास ने, 4 डिप्टी गवर्नर ने, उन्होंने एक नवे बने ने T रविशंकर, उन्होंने नाम मोस्ट इंपोर्टेंट है जिन्होंने बारे आप पिछले क्वेश्चन में भी गल करके हटे। सो गल करते हैं नैक्सट क्वेश्चन बारे। हू हैज़ बीन अपॉइंटेड एज दी न्यू फाइनांस सैकटरी। देखो जी कहने किसनूं नवां वित्त सकत्तर नियुक्त किया गया। सो देखो तुसीं देख रहे हो भी अज वाली क्लास में बहुत सारे जिहड़े नाम ने अपने आ रहे हैं और तुहानूं लग रहा हो भी इन्ने नाम असीं याद किवें रखांगे। सो जिहड़े नाम ने बिल्कुल लेटेस्ट अपॉइंटमेंट ने, सो अपने एग्जाम के पॉइंट ऑफ व्यू तो ये बड़े इंपोर्टेंट नाम ने, सो आपां नूं याद रखने ये पैणगे। सो मैं कोशिश करता हुंदा भी बार बार उही नाम ऑप्शन में रखे जाण ताकि तुहाडी रिवीजन भी होंदी रहे और थोड़े याद भी होंदे रहन। सो बाकी गल करते हैं क्वेश्चन बारे जो अपने नवे फाइनांस सैकटरी बने ने, वित्त सकत्तर बने ने, बड़ा इंपोर्टेंट नाम है TB सोमानाथन इन्हों का नाम है जी। ऑप्शन नंबर A इत्थे बिल्कुल राइट आंसर हो जाएगा जी। पहला देखो अपने जो फाइनांस सैकटरी सी अजय भूषण पांडे सी, उन्हों की जगह लैणगे हुण TB सोमानाथन, ठीक है ना। और वैसे ये TB सोमानाथन की मैं गल करा तो जिहड़ा अपना एक्सपेंडिचर सैक्रैटरी सीगे वो भी यही हैगे सीगे और हुणे अपने फाइनांस सैकटरी भी बन चुके हैं, ठीक है जी। तो इन्हां बारे याद रखना। बाकी देखो ऑप्शन नंबर B गिरीश चंद्र मुर्मू, इन्होंने ना तो ही सूँ कुछ याद होना चाहिए। एट प्रेजेंट ये अपने कैग ने भारत के और इस तो इलावा रीसेंटली
ਇਹਨਾਂ ਨੂੰ ਐਕਸਟਰਨਲ ਆਡੀਟਰ ਚੁਣਿਆ ਗਿਆ ਸੀ ਕਿਸ ਚੀਜ਼ ਦੇ, OPCW ਦੇ। ਹੁਣ OPCW ਕੀ ਹੈ ਭਲਾ, ਤਾਂ ਇਹ ਆਰਗੇਨਾਈਜੇਸ਼ਨ ਫॉर ਪ੍ਰੋਵੀਜ਼ਨ ਆਫ ਕੈਮੀਕਲ ਵੈਪਨਸ ਹੈ, ਔਰ ਜਿਹੜੀ ਤੁਹਾਨੂੰ ਦੀ ਹੇਗ ਵਿੱਚ ਹੈੱਡਕੁਆਟਰ ਤੁਹਾਨੂੰ ਦੇਖਣ ਨੂੰ ਮਿਲੇਗਾ ਇਹਦਾ। ਬਾਕੀ ਕੁਲਦੀਪ ਸਿੰਘ ਬਾਰੇ ਮੈਂ ਦੇਖਾਂ ਤਾਂ CRPF ਦੇ ਨਵੇਂ ਡਾਇਰੈਕਟਰ ਜਨਰਲ ਇਹਨਾਂ ਨੂੰ ਚੁਣਿਆ ਗਿਆ। ਸੋ ਗੱਲ ਕਰਦੇ ਹਾਂ ਜੀ ਨੈਕਸਟ ਕੁਐਸਚਨ ਬਾਰੇ। ਵਿਚ ਸਟੇਟ ਗਵਰਨਮੈਂਟ ਸਟਾਰਟਡ ਦੀ ਚਿਰੰਜੀਵੀ ਸਵਾਸਥ ਬੀਮਾ ਯੋਜਨਾ। ਦੇਖੋ ਜੀ ਕਹਿੰਦੇ ਹੁਣ ਕਿਹੜੇ ਰਾਜ ਨੇ ਚਿਰੰਜੀਵੀ ਸਵਾਸਥ ਬੀਮਾ ਯੋਜਨਾ ਦੀ ਸ਼ੁਰੂਆਤ ਕੀਤੀ ਹੈਗੀ। ਦੇਖੋ ਇਹ ਕੁਐਸਚਨ ਬਾਰੇ ਅਗਰ ਆਪਾਂ ਗੱਲ ਕਰੀਏ ਤਾਂ ਪਹਿਲਾਂ ਵੀ ਇੱਕ ਵਾਰੀ ਇੱਕ ਸ਼ਾਇਦ ਆਪਾਂ ਨੇ ਕੁਐਸਚਨ ਪੜ੍ਹਿਆ ਸੀਗਾ, ਔਰ ਜਿਹੜੀ ਇਹ ਯੋਜਨਾ ਗੀ ਇਹ ਹੈਗੀ ਹੈ ਜੀ ਰਾਜਸਥਾਨ ਸਟੇਟ ਦੀ। ਰਾਜਸਥਾਨ ਦੇ CM ਨੇ ਜੋ ਅਸ਼ੋਕ ਗਹਿਲੋਤ ਸਾਹਿਬ, ਉਹਨਾਂ ਦੇ ਵੱਲੋਂ ਇਹ ਯੋਜਨਾ ਆਪਣੇ ਸਟੇਟ ਜਾਣੀ ਕਿ ਰਾਜਸਥਾਨ ਵਿੱਚ ਸ਼ੁਰੂ ਕੀਤੀ ਗਈ ਹੈਗੀ। ਬੇਸਿਕਲੀ ਜਿਹੜੀ ਇਹ ਯੋਜਨਾ ਗੀ ਇਹਦੇ ਵਿੱਚ ਕੀ ਹੋਵੇਗਾ, ਜਿੰਨੇ ਵੀ ਰਾਜਸਥਾਨ ਦੇ ਨਾਗਰਿਕ ਨੇ ਉਹਨਾਂ ਦਾ ਬਿਲਕੁਲ ਫ੍ਰੀ ਦੇ ਵਿੱਚ ਇੱਥੇ ਬੀਮਾ ਕੀਤਾ ਜਾਵੇਗਾ ਇਸ ਯੋਜਨਾ ਦੇ ਤਹਿਤ, ਠੀਕ ਹੈ ਨਾ। ਔਰ ਇਹਦਾ ਨਾਮ ਹੈਗਾ ਮੁੱਖ ਮੰਤਰੀ ਚਿਰੰਜੀਵੀ ਸਵਾਸਥ ਬੀਮਾ ਯੋਜਨਾ, ਤਾਂ ਇਹਦੇ ਬਾਰੇ ਯਾਦ ਰੱਖਣਾ। ਬਾਕੀ ਰਾਜਸਥਾਨ ਦੀ ਗੱਲ ਆਈ ਹੈ, ਇਹਦੇ ਬਾਰੇ ਇੱਕ ਦੋ ਫੈਕਟ ਦੇਖ ਲੈਂਦੇ ਜਿਹੜੇ ਆਪਣੇ ਲਈ ਇੰਪੋਰਟੈਂਟ ਰਹਿ ਸਕਦੇ ਨੇ। ਕਿ ਰਾਜਸਥਾਨ ਦੀ ਸਭ ਤੋਂ ਪਹਿਲਾਂ ਗੱਲ ਕਰੀਏ ਕੈਪੀਟਲ ਦੀ, ਦੇਖੋ ਕੈਪੀਟਲ ਇਹਦੀ ਹੈਗੀ ਹੈ ਜੀ ਜੈਪੁਰ, ਪਿੰਕ ਸਿਟੀ ਆਫ ਇੰਡੀਆ ਵੀ ਇਹਨੂੰ ਕਿਹਾ ਜਾਂਦਾ ਜੈਪੁਰ ਨੂੰ, ਠੀਕ ਹੈ ਨਾ। ਔਰ ਇਸ ਤੋਂ ਇਲਾਵਾ ਗੱਲ ਕਰੀਏ CM ਦੀ ਅਸ਼ੋਕ ਗਹਿਲੋਤ ਨੇ, ਗਵਰਨਰ ਹੈਗੇ ਨੇ ਕਲਰਾਜ ਮਿਸ਼ਰਾ ਸਾਹਿਬ। ਬਾਕੀ ਦੇਖੋ ਰਾਜਸਥਾਨ ਸਟੇਟ ਦੀ ਅਗਰ ਆਪਾਂ ਗੱਲ ਕਰੀਏ ਤਾਂ ਆਪਣੇ ਰੀਸੈਂਟਲੀ ਇੱਕ ਨਿਊਜ਼ ਪੜ੍ਹੀ ਸੀ, ਅਗਰ ਤੁਹਾਡੇ ਯਾਦ ਹੋਵੇ ਪਿਛਲੇ ਮਹੀਨੇ, ਤਾਂ ਰਾਜਸਥਾਨ ਦੇ ਵਿੱਚ ਹੁਣ ਇੱਕ ਐਗਰੀਕਲਚਰ ਬੇਸਡ ਸੋਲਰ ਪਾਵਰ ਪਲਾਂਟ ਲਗਾਇਆ ਜਾਵੇਗਾ। ਬਾਕੀ ਇਸ ਤੋਂ ਇਲਾਵਾ ਕੁਝ ਯੋਜਨਾਵਾਂ ਦੀ ਗੱਲ ਕਰੀਏ ਤਾਂ ਮੇਜਰ ਧਿਆਨ ਚੰਦ ਸਟੇਡੀਅਮ ਯੋਜਨਾ ਸ਼ੁਰੂ ਕੀਤੀ ਸੀ ਇਹਨਾਂ ਨੇ। ਵਨ ਨੇਸ਼ਨ ਵਨ ਰਾਸ਼ਨ ਕਾਰਡ ਪ੍ਰਣਾਲੀ ਨੂੰ ਲਾਗੂ ਕਰਨ ਵਾਲਾ ਦੇਸ਼ ਦਾ 12ਵਾਂ ਰਾਜ ਬਣਿਆ ਸੀ ਇਹ। ਬਾਕੀ ਇਸ ਤੋਂ ਇਲਾਵਾ ਬੈਗਰ ਫ੍ਰੀ ਕੈਂਪੇਨ ਸ਼ੁਰੂ ਕੀਤਾ ਸੀ ਇਹਨਾਂ ਨੇ। MS&D ਪਾਲਿਸੀ ਸ਼ੁਰੂ ਕੀਤੀ ਸੀਗੀ, ਇੰਦਰਾ ਰਸੋਈ ਯੋਜਨਾ ਸ਼ੁਰੂ ਕੀਤੀ ਸੀਗੀ। ਤਾਂ ਇੰਨੀਆਂ ਸਾਰੀਆਂ ਯੋਜਨਾਵਾਂ ਰਾਜਸਥਾਨ ਨੇ ਰੀਸੈਂਟਲੀ ਸ਼ੁਰੂ ਕੀਤੀਆਂ ਸੀ, ਇਹਨਾਂ ਬਾਰੇ ਯਾਦ ਰੱਖਣਾ। ਸੋ ਗੱਲ ਕਰਦੇ ਹਾਂ ਨੈਕਸਟ ਕੁਐਸਚਨ ਬਾਰੇ। ਵਿਚ ਸਟੇਟ ਆਫ ਡਿਊਟੀ ਸਟਾਰਟਡ ਦੀ ਲੈਬ ਔਨ ਵੀਲ ਟੂ ਪ੍ਰੋਵਾਈਡ ਸਾਇੰਸ ਰਿਲੇਟਡ ਐਜੂਕੇਸ਼ਨ ਟੂ ਗਵਰਨਮੈਂਟ ਸਕੂਲ ਸਟੂਡੈਂਟਸ। ਦੇਖੋ ਜੀ ਕਹਿੰਦੇ ਕਿਹੜੇ ਰਾਜ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ ਨੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਵਿਗਿਆਨ ਨਾਲ ਸੰਬੰਧਿਤ ਸਿੱਖਿਆ ਪ੍ਰਦਾਨ ਕਰਨ ਲਈ ਲੈਬ ਔਨ ਵੀਲਸ ਦੀ ਸ਼ੁਰੂਆਤ ਕੀਤੀ ਆ। ਦੇਖੋ ਜੋ ਇਹ ਲੈਬ ਔਨ ਵੀਲਸ ਨਾਂ ਦੀ ਇੱਕ ਅਗਰ ਆਪਾਂ ਗੱਲ ਕਰੀਏ ਇਨੀਸ਼ੀਏਟਿਵ ਵੀ ਕਹਿ ਸਕਦੇ ਹੋ ਤੁਸੀਂ, ਔਰ ਪਹਿਲ ਵੀ ਇਹਨੂੰ ਕਹਿ ਸਕਦੇ ਹੋਗੇ। ਔਰ ਜਿਹੜਾ ਲੈਬ ਔਨ ਵੀਲਸ ਇਨੀਸ਼ੀਏਟਿਵ ਜਾਂ ਪਹਿਲ ਇਹਨੂੰ ਸ਼ੁਰੂ ਕੀਤਾ ਹੁਣ ਦਿੱਲੀ ਗੌਰਮੈਂਟ ਦੇ ਵੱਲੋਂ। ਅਸਲ ਦੇ ਵਿੱਚ ਕੀ ਇਹਦੇ ਬਾਰੇ ਗੱਲ ਕਰੀਏ ਤਾਂ ਸਾਇੰਸ ਨਾਲ ਰਿਲੇਟਡ ਐਜੂਕੇਸ਼ਨ ਦੇਣ ਵਾਸਤੇ ਇਹ ਸ਼ੁਰੂ ਕੀਤੀ ਗਈ ਹੈ ਪਹਿਲ ਲੈਬ ਔਨ ਵੀਲਸ। ਜਿਹੜੇ ਸਕੂਲਾਂ ਦੇ ਵਿੱਚ ਸਾਇੰਸ ਨਾਲ ਸੰਬੰਧਿਤ ਕੋਈ ਵੀ ਮਤਲਬ ਲੈਬਸ ਵਗੈਰਾ ਨਹੀਂ ਬਣੀਆਂ ਹੋਈਆਂ ਤਾਂ ਇਹ ਵੱਖ-ਵੱਖ ਸਕੂਲਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਕੀ ਸਾਇੰਸ ਪ੍ਰਤੀ ਐਜੂਕੇਸ਼ਨ ਦਿੱਤੀ ਜਾਏਗੀ ਇਸ ਯੋਜਨਾ ਦੇ ਤਹਿਤ। ਔਰ ਇਹ ਜਿਹੜੀ ਯੋਜਨਾ ਹੈਗੀ ਯਾਦ ਰੱਖਣਾ ਜੀ ਦਿੱਲੀ ਸਰਕਾਰ ਦੀ ਇਹ ਜਿਹੜੀ ਯੋਜਨਾ ਹੈਗੀ ਤਾਂ ਇਹਦੇ ਬਾਰੇ ਯਾਦ ਰੱਖਣਾ। ਬਾਕੀ ਦੇਖੋ ਦਿੱਲੀ ਬਾਰੇ ਅਗਰ ਆਪਾਂ ਗੱਲ ਕਰੀਏ ਤਾਂ ਆਪਣੀ ਇੰਡੀਆ ਦੀ ਕੈਪੀਟਲ ਹੈ ਦਿੱਲੀ, ਔਰ ਦਿੱਲੀ ਦੇ ਜੋ CM ਨੇ ਅਰਵਿੰਦ ਕੇਜਰੀਵਾਲ ਨੇਗੇ, ਦਿੱਲੀ ਦੇ ਲੈਫਟੀਨੈਂਟ ਗਵਰਨਰ ਨਾਗਾ ਅਨਿਲ ਬੈਜਲ, ਤਾਂ ਇਹਦੇ ਬਾਰੇ ਯਾਦ ਰੱਖਣਾ। ਔਰ ਇੱਕ ਦੋ ਯੋਜਨਾਵਾਂ ਹੋਰ ਸੀ ਵੈਸੇ ਆਪਾਂ ਨੇ ਪੜ੍ਹੀਆਂ ਸੀ ਅਗਰ ਤੁਹਾਡੇ ਯਾਦ ਹੋਵੇ, ਇੱਕ ਸੀ ਹਾਊਸ ਟੂ ਹਾਊਸ ਰਾਸ਼ਨ ਯੋਜਨਾ ਦਿੱਲੀ ਦੀ, ਔਰ ਇਸ ਤੋਂ ਇਲਾਵਾ ਇੱਕ ਯੋਜਨਾ ਆਪਾਂ ਨੇ ਸੇਲੀ ਕੋਆਰਡੀਨੇਸ਼ਨ ਯੋਜਨਾ ਪੜ੍ਹੀ ਸੀਗੀ, ਔਰ ਇਸ ਤੋਂ ਇਲਾਵਾ ਮੁੱਖ ਮੰਤਰੀ ਵਿਗਿਆਨ ਪ੍ਰਤਿਭਾ ਪ੍ਰੀਖਿਆ ਯੋਜਨਾ। ਇਹ 2-3 ਯੋਜਨਾਵਾਂ ਰੀਸੈਂਟਲੀ ਲਾਂਚ ਕੀਤੀਆਂ ਸੀ ਦਿੱਲੀ ਸਰਕਾਰ ਨੇ, ਇਹਨਾਂ ਬਾਰੇ ਯਾਦ ਰੱਖਣਾ। ਬਾਕੀ ਦਿੱਲੀ ਨਾਲ ਰਿਲੇਟਡ ਦੇਖੋ ਇੱਕ ਦੋ ਇੰਡੈਕਸ ਵੀ ਨੇ ਜਿਹੜੇ ਤੁਹਾਨੂੰ ਯਾਦ ਰੱਖਣੇ ਪੈਣਗੇ। ਆਪਣੇ ਨੀਤੀ ਆਯੋਗ ਵੱਲੋਂ ਇੱਕ ਇੰਡੈਕਸ ਜਾਰੀ ਹੋਇਆ ਸੀ ਇਨੋਵੇਸ਼ਨ ਇੰਡੈਕਸ, ਉਸ ਦੇ ਵਿੱਚੋਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚੋਂ ਦਿੱਲੀ ਟੌਪ 'ਤੇ ਸੀਗਾ। ਬਾਕੀ ਇੱਕ ਇੰਡੈਕਸ ਆਇਆ ਸੀਗਾ ਵਰਲਡ ਏਅਰ ਕੁਆਲਿਟੀ ਇੰਡੈਕਸ। ਇਹ ਜਿਹੜਾ ਵਰਲਡ ਏਅਰ ਕੁਆਲਿਟੀ ਇੰਡੈਕਸ ਦੀ ਗੱਲ ਕਰੀਏ ਵੱਖ-ਵੱਖ ਦੇਸ਼ਾਂ ਦੀਆਂ ਰਾਜਧਾਨੀਆਂ ਦੇ ਵਿੱਚੋਂ ਸਭ ਤੋਂ ਜਿਹੜੀ ਦੁਨੀਆ ਦੇ ਵਿੱਚ ਪ੍ਰਦੂਸ਼ਿਤ ਰਾਜਧਾਨੀ ਮੰਨੀ ਗਈ ਹੈ ਇਸ ਇੰਡੈਕਸ ਦੇ ਅਕੋਰਡਿੰਗ ਭਾਰਤ ਦੀ ਰਾਜਧਾਨੀ ਦਿੱਲੀ ਹੀ ਮੰਨੀ ਗਈ ਹੈ। ਤਾਂ ਇਸ ਇੰਡੈਕਸ ਬਾਰੇ ਵੀ ਯਾਦ ਰੱਖਣਾ। ਤਾਂ ਇੰਨੀਆਂ ਕੁ ਨਿਊਜ਼ ਤੁਸੀਂ ਦਿੱਲੀ ਨਾਲ ਰਿਲੇਟਡ ਯਾਦ ਰੱਖ ਸਕਦੇ ਹੋ, ਬਹੁਤ ਨੇ। ਸੋ ਗੱਲ ਕਰਦੇ ਹਾਂ ਜੀ ਨੈਕਸਟ ਕੁਐਸਚਨ ਬਾਰੇ। ਇੰਡੀਆਜ਼ ਲਾਰਜੈਸਟ ਫਲੋਟਿੰਗ ਸੋਲਰ ਪਲਾਂਟ ਹੈਜ਼ ਬੀਨ ਸੈਟ ਅਪ ਇਨ ਵਿਚ ਸਟੇਟ। ਕਹਿੰਦੇ ਜੀ ਭਾਰਤ ਦਾ ਸਭ ਤੋਂ ਵੱਡਾ ਫਲੋਟਿੰਗ ਸੋਲਰ ਪਲਾਂਟ ਕਿਸ ਰਾਜ ਦੇ ਵਿੱਚ ਸਥਾਪਿਤ ਕੀਤਾ ਗਿਆ ਗਾ। ਦੇਖੋ ਅਗਰ ਆਪਾਂ ਗੱਲ ਕਰੀਏ ਤਾਂ ਇਹ ਹੁਣ ਸਥਾਪਿਤ ਕੀਤਾ ਗਿਆ ਜੀ ਤੇਲੰਗਾਨਾ ਦੇ ਵਿੱਚ, ਜੋ ਕਿ ਆਪਣੇ ਭਾਰਤ ਦਾ ਸਭ ਤੋਂ ਵੱਡਾ ਸੋਲਰ ਪਲਾਂਟ ਹੈਗਾ ਗਾ। ਔਰ ਗੱਲ ਕਰੀਏ ਤਾਂ ਇਹ ਜਿਹੜਾ ਪਾਵਰ ਪਲਾਂਟ ਹੈਗਾ ਇਹ ਤੇਲੰਗਾਨਾ ਦਾ ਸ਼ਹਿਰ ਰਾਮਾਗੁੰਡਮ ਦੇ ਵਿੱਚ ਕੀ ਸਥਾਪਿਤ ਕੀਤਾ ਗਿਆ ਗਾ। ਔਰ ਨਾਲ ਹੀ ਮੈਂ ਗੱਲ ਕਰਾਂ ਇਹਦੀ ਕੈਪੈਸਿਟੀ ਦੀ ਤਾਂ 100 ਮੈਗਾਵਾਟ ਇਹਦੀ ਕੈਪੈਸਿਟੀ ਹੈਗੀ, ਜਿਸ ਦੇ ਨਾਲ ਕਿ ਆਪਣੇ ਭਾਰਤ ਦਾ ਸਭ ਤੋਂ ਵੱਡਾ ਲਾਰਜੈਸਟ ਫਲੋਟਿੰਗ ਸੋਲਰ ਪਲਾਂਟ ਇਹ ਹੈਗਾ ਗਾ, ਠੀਕ ਹੈ ਨਾ। ਤਾਂ ਇਹਦੇ ਬਾਰੇ ਤੁਸੀਂ ਯਾਦ ਰੱਖਣਾ। ਬਾਕੀ ਇਹਦੇ ਨਾਲ ਰਿਲੇਟਡ ਤੁਹਾਨੂੰ ਮੈਂ ਇੱਕ ਨਿਊਜ਼ ਹੋਰ ਦੱਸ ਦਾਂਗਾ।
ਪਿੱਛੇ ਜਿਹੀ ਇੱਕ ਨਿਊਜ਼ ਹੋ ਰਹੀ ਸੀ ਵੀ ਕਹਿੰਦੇ ਆਪਣੇ ਭਾਰਤ ਵੱਲੋਂ ਸਾਲ 2022 ਤੱਕ ਸਭ ਤੋਂ ਵੱਡਾ ਲਾਰਜੈਸਟ ਫਲੋਟਿੰਗ ਸੋਲਰ ਪਲਾਂਟ ਜਿਹੜਾ ਲਗਾਇਆ ਜਾਵੇਗਾ, ਜਿਹਦੀ ਕੈਪੈਸਿਟੀ ਹੋਵੇਗੀ 600 ਮੈਗਾਵਾਟ। ਦੇਖੋ ਇਹਦੀ ਤਾਂ ਕੇਵਲ ਹੈਗੀ ਆ 100 ਮੈਗਾਵਾਟ, ਜਿਹੜਾ ਕਿ ਹੁਣ ਲਗਾ ਦਿੱਤਾ ਗਿਆ। ਫਿਲਹਾਲ ਆਪਣਾ ਸਭ ਤੋਂ ਵੱਡਾ ਇਹੀ ਹੈਗਾ ਫਲੋਟਿੰਗ ਸੋਲਰ ਪਲਾਂਟ, ਬਟ 2022 ਦੇ ਵਿੱਚ 600 ਮੈਗਾਵਾਟ ਵਾਲਾ ਲਗਾਇਆ ਜਾਵੇਗਾ। ਉਹ ਕਿੱਥੇ ਲਗਾਇਆ ਜਾਵੇਗਾ? ਉਹ ਲਗਾਇਆ ਜਾਏਗਾ ਮੱਧ ਪ੍ਰਦੇਸ਼ ਵਿੱਚ। ਮੱਧ ਪ੍ਰਦੇਸ਼ ਦਾ ਇੱਕ ਸ਼ਹਿਰ ਹੈਗਾ ਜਿਹਦਾ ਨਾਂ ਹੈਗਾ ਖੰਡਵਾ, ਠੀਕ ਹੈ ਨਾ। ਇੱਥੋਂ ਦਾ ਇੱਕ ਜ਼ਿਲ੍ਹਾ ਵੀ ਹੈ ਇਹ ਖੰਡਵਾ, ਔਰ ਇੱਥੇ ਜੋ ਨਰਮਦਾ ਨਦੀ ਗੁਜ਼ਰਦੀ ਆ ਇਹਦੇ ਉੱਤੇ ਇੱਕ ਡੈਮ ਹੈਗਾ ਓਮਕੇਸ਼ਵਰ ਡੈਮ, ਠੀਕ ਹੈ ਨਾ। ਉਸ ਡੈਮ ਉੱਤੇ ਇਹ ਜਿਹੜਾ ਫਲੋਟਿੰਗ ਸੋਲਰ ਪਲਾਂਟ ਲਗਾਇਆ ਜਾਵੇਗਾ, ਜਿਹੜਾ ਕਿ ਇੰਡੀਆ ਦਾ ਸਭ ਤੋਂ ਲਾਰਜੈਸਟ, ਜਿਹਦੀ ਕੈਪੈਸਿਟੀ 600 ਮੈਗਾਵਾਟ ਹੋਣ ਵਾਲੀ ਹੈ। ਇਹ 2022 ਤੱਕ ਲੱਗੇਗਾ। ਸੋ ਤਦ ਤੱਕ ਤੁਸੀਂ ਤੇਲੰਗਾਨਾ ਵਾਲਾ ਯਾਦ ਰੱਖਣਾ, ਇਹ ਸਭ ਤੋਂ ਲਾਰਜੈਸਟ ਆਪਣਾ, ਠੀਕ ਹੈ ਜੀ। ਤਾਂ ਇਹਦੇ ਬਾਰੇ ਯਾਦ ਰੱਖਣਾ। ਬਾਕੀ ਤੇਲੰਗਾਨਾ ਬਾਰੇ ਆਪਾਂ ਦੇਖ ਲੈਂਦੇ ਹਾਂ ਕੁਝ ਕੁ ਫੈਕਟ। ਤੇਲੰਗਾਨਾ ਬਾਰੇ ਗੱਲ ਕਰਾਂ ਤਾਂ ਕੈਪੀਟਲ ਇੱਥੇ ਹੈਗੀ ਹੈ ਜੀ ਹੈਦਰਾਬਾਦ, ਔਰ ਇੱਥੇ ਜੋ ਸੀਐਮ ਹੈਗੇ ਨੇ ਕੇ ਚੰਦਰ ਸ਼ੇਖਰ ਰਾਓ ਨੇ, ਕਿ ਗਵਰਨਰ ਕੌਣ ਹੈ ਭਲਾ? ਡਾਕਟਰ ਤਮਿਲਸਾਈ ਸੌਂਦਰਰਾਜਨ ਹੈਗੇ ਨੇ। ਵੈਸੇ ਰੀਸੈਂਟਲੀ ਡਾਕਟਰ ਤਮਿਲਸਾਈ ਸੌਂਦਰਰਾਜਨ ਨੂੰ ਜੋ ਆਪਣੀ ਪੁਡੂਚੇਰੀ ਯੂਟੀ ਹੈ ਉੱਥੋਂ ਦੇ ਵੀ ਐਡੀਸ਼ਨਲ ਤੌਰ 'ਤੇ ਲੈਫਟੀਨੈਂਟ ਗਵਰਨਰ ਬਣਾਇਆ ਗਿਆ ਸੀਗਾ। ਅਤੇ ਇਹਨਾਂ ਬਾਰੇ ਯਾਦ ਰੱਖਣਾ। ਸੋ ਗੱਲ ਕਰਦੇ ਹਾਂ ਜੀ ਨੈਕਸਟ ਕੁਐਸਚਨ ਬਾਰੇ। ਕਸਟਮ ਕੋਪਰੇਸ਼ਨ ਐਗਰੀਮੈਂਟ ਹੈਜ਼ ਬੀਨ ਅਪਰੂਵਡ ਬਿਟਵੀਨ ਇੰਡੀਆ ਐਂਡ ਵਿਚ ਕੰਟਰੀ? ਕਹਿੰਦੇ ਜੀ ਭਾਰਤ ਅਤੇ ਕਿਹੜੇ ਦੇਸ਼ ਦਰਮਿਆਨ ਕਸਟਮ ਸਹਿਯੋਗ ਸਮਝੌਤੇ ਨੂੰ ਪ੍ਰਵਾਨਗੀ ਦਿੱਤੀ ਗਈ ਆ? ਅਗਰ ਆਪਾਂ ਦੇਖੋ ਇਹਦੀ ਗੱਲ ਕਰੀਏ ਤਾਂ ਇਹ ਸਮਝੌਤਾ ਭਾਰਤ ਅਤੇ ਬ੍ਰਿਟੇਨ ਵਿਚਕਾਰ ਇਹ ਹੋਇਆਗਾ ਜੀ, ਔਰ ਇਹਨੂੰ ਹੁਣ ਅਪਰੂਵਲ ਦੇ ਦਿੱਤੀ ਗਈ ਆ। ਅਸਲ ਦੇ ਵਿੱਚ ਜੋ ਇਹ ਕਸਟਮ ਕੋਪਰੇਸ਼ਨ ਐਗਰੀਮੈਂਟ ਇਹ ਹੈਗਾ ਕੀ ਹੈਗਾ, ਜਿਹੜਾ ਵੀ ਆਪਣਾ ਬ੍ਰਿਟੇਨ ਨਾਲ ਵਪਾਰ ਹੁੰਦਾ, ਚਾਹੇ ਐਕਸਪੋਰਟ ਹੁੰਦਾ ਜਾਂ ਇੰਪੋਰਟ ਹੁੰਦਾ ਗਾ, ਉਹਦੇ 'ਤੇ ਜਿਹੜਾ ਵੀ ਆਪਣਾ ਟੈਕਸ ਹੁੰਦਾ ਗਾ, ਅਸਲ ਜੋ ਕਸਟਮ ਕੋਪਰੇਸ਼ਨ ਐਗਰੀਮੈਂਟ ਜੋ ਆਪਣਾ ਟੈਕਸ ਹੁੰਦਾ ਗਾ, ਦੇਖੋ ਐਕਸਪੋਰਟ ਇੰਪੋਰਟ ਹੁੰਦਾ, ਉਹਨੂੰ ਘੱਟ ਕਰਨ ਵਾਸਤੇ ਬੇਸਿਕਲੀ ਇਹ ਇੱਕ ਐਗਰੀਮੈਂਟ ਹੋਇਆ ਭਾਰਤ ਅਤੇ ਬ੍ਰਿਟੇਨ ਵਿਚਕਾਰ। ਆਪਾਂ ਨੇ ਬਸ ਇਹੀ ਯਾਦ ਰੱਖਣਾ ਭਾਰਤ ਦੇ ਕਿਹੜੀ ਕੰਟਰੀ ਵਿਚਕਾਰ ਜਿਹੜਾ ਹੁਣ ਐਗਰੀਮੈਂਟ ਸਾਈਨ ਹੋਇਆ, ਅਪਰੂਵਡ ਹੋਇਆਗਾ, ਤਾਂ ਇਹ ਤੁਸੀਂ ਜ਼ਰੂਰ ਯਾਦ ਰੱਖਣਾ ਬ੍ਰਿਟੇਨ। ਬਾਕੀ ਬ੍ਰਿਟੇਨ ਦੀ ਗੱਲ ਕਰੀਏ, ਕੈਪੀਟਲ ਹੈਗੀ ਹੈ ਜੀ ਲੰਡਨ, ਔਰ ਕਰੰਸੀ ਚੱਲਦੀ ਹੈ ਇੱਥੇ ਪਾਊਂਡ। ਔਰ ਗੱਲ ਕਰੀਏ ਪੀਐਮ ਦੀ, ਬੋਰਿਸ ਜੌਨਸਨ ਇੱਥੇ ਐਟ ਪ੍ਰੈਜ਼ੈਂਟ ਪੀਐਮ ਹੈਗੇ ਨੇਗੇ। ਵੈਸੇ ਬ੍ਰਿਟੇਨ ਨਾਲ ਰਿਲੇਟਡ, ਇੰਗਲੈਂਡ ਨਾਲ ਰਿਲੇਟਡ ਇੱਕ ਦੋ ਹੋਰ ਵੀ ਨਿਊਜ਼ ਹੈਗੀਆਂ ਨੇਗੀਆਂ। ਇਹ ਜਿਹੜਾ ਬ੍ਰਿਟੇਨ ਹੈਗਾ ਦੁਨੀਆ ਦਾ ਹੁਣ ਪਹਿਲਾ ਦੇਸ਼ ਬਣਿਆ ਜਿਸ ਨੇ ਪ੍ਰਵਾਨਗੀ ਦਿੱਤੀ ਹੈ ਡਰਾਈਵਰਲੈਸ ਕਾਰਸ ਨੂੰ, ਠੀਕ ਹੈ ਨਾ। ਹਾਲਾਂਕਿ ਪੂਰੇ ਤਰੀਕੇ ਨਾਲ ਹੁਣ ਰੋਡਸ 'ਤੇ ਇੱਥੇ ਡਰਾਈਵਰਲੈਸ ਜਿਹੜੀਆਂ ਕਾਰਾਂ ਨੇ ਉਹ ਨਹੀਂ ਚੱਲਣਗੀਆਂ। ਪੂਰੇ ਤਰੀਕੇ ਨਾਲ ਕਿਹਾ ਗਿਆ ਵੀ ਸਾਲ 2035 ਤੱਕ ਚੱਲਣਗੀਆਂ, ਪਰ ਹਜੇ ਟੈਸਟਿੰਗ ਕੀਤੀ ਜਾ ਰਹੀ ਆ, ਔਰ ਇਸ ਟੈਸਟਿੰਗ ਦੇ ਨਾਲ ਇਹ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਡਰਾਈਵਰਲੈਸ ਕਾਰਾਂ ਨੂੰ ਸੜਕਾਂ 'ਤੇ ਉਤਾਰਨ ਵਾਲਾ। ਇਹਦੇ ਕਰਕੇ ਨਿਊਜ਼ ਵਿੱਚ ਚੱਲ ਰਿਹਾ ਹੈਗਾ, ਇਹ ਤੁਸੀਂ ਯਾਦ ਰੱਖ ਸਕਦੇ ਹੋ। ਬਾਕੀ ਇੱਕ ਬ੍ਰਿਟੇਨ ਹੋਰ ਵੀ ਖਬਰ ਕਰਕੇ ਨਿਊਜ਼ ਵਿੱਚ, ਇੱਥੋਂ ਦੇ ਲੋਕ ਨਾ ਪ੍ਰੋਟੈਸਟ ਕਰ ਰਹੇ ਨੇ, ਜਿਵੇਂ ਆਪਣੇ ਭਾਰਤ ਵਿੱਚ ਫਾਰਮਰਸ ਦਾ ਪ੍ਰੋਟੈਸਟ ਚੱਲ ਰਿਹਾ ਹੈਗਾ ਦਿੱਲੀ ਦੇ ਵਿੱਚ। ਇਸੇ ਤਰੀਕੇ ਨਾਲ ਇੱਥੇ ਇਹਨਾਂ ਦੀ ਸਰਕਾਰ ਨੇ ਇੱਕ ਬਿੱਲ ਲੈ ਕੇ ਆਈ ਸੀਗੀ, ਔਰ ਜਿਹਦਾ ਨਾਂ ਪੁਲਿਸ ਐਂਡ ਕ੍ਰਾਈਮ ਬਿੱਲ ਹੈਗਾ। ਬੇਸਿਕਲੀ ਉਹਦੇ ਵਿਦਰੋਹ ਦੇ ਵਿੱਚ ਕੀ ਹੈ, ਲੋਕ ਸੜਕਾਂ 'ਤੇ ਹੈਗੇ ਨੇਗੇ, ਔਰ ਲੋਕਾਂ ਵੱਲੋਂ ਕਿਲ ਦੀ ਬਿੱਲ ਦਾ ਨਾਅਰਾ ਵੀ ਦਿੱਤਾ ਗਿਆ ਗਾ। ਇਹ ਤੁਸੀਂ ਯਾਦ ਰੱਖ ਸਕਦੇ ਹੋ, ਕਿਲ ਦੀ ਬਿੱਲ ਦਾ ਨਾਅਰਾ ਕਿਹੜੇ ਦੇਸ਼ ਦੇ ਲੋਕਾਂ ਨੇ ਦਿੱਤਾ ਗਾ? ਬ੍ਰਿਟੇਨ ਦੇ ਲੋਕਾਂ ਨੇ ਦਿੱਤਾ ਗਾ। ਉੱਥੇ ਇੱਕ ਬਿੱਲ ਹੈਗਾ ਜਿਹੜੀ ਉੱਥੋਂ ਦੀ ਸਰਕਾਰ ਪਾਸ ਕਰ ਰਹੀ ਹੈ, ਪੁਲਿਸ ਐਂਡ ਕ੍ਰਾਈਮ ਬਿੱਲ, ਉਹਨੂੰ ਲੈ ਕੇ, ਠੀਕ ਹੈ ਨਾ। ਇਹ ਤੁਸੀਂ ਯਾਦ ਰੱਖ ਸਕਦੇ ਹੋ ਨਿਊਜ਼ ਵਿੱਚ, ਹਾਲਾਂਕਿ ਬਹੁਤ ਚੱਲ ਰਿਹਾ ਹੁਣ। ਸੋ ਬਾਕੀ ਗੱਲ ਕਰਦੇ ਹਾਂ ਨੈਕਸਟ ਕੁਐਸਚਨ ਬਾਰੇ। ਵਿਚ ਅਰਬ ਕੰਟਰੀ ਹੈਜ਼ ਸਟਾਰਟਡ ਦੀ ਗ੍ਰੀਨ ਇਨੀਸ਼ੀਏਟਿਵ ਐਂਡ ਮਿਡਲ ਈਸਟ ਗ੍ਰੀਨ ਇਨੀਸ਼ੀਏਟਿਵ ਟੂ ਡੀਲ ਵਿਦ ਦੀ ਥ੍ਰੈਟ ਆਫ ਕਲਾਈਮੇਟ ਚੇਂਜ? ਦੇਖੋ ਜੀ ਕਹਿੰਦੇ ਕਿਹੜੇ ਅਰਬ ਦੇਸ਼ ਨੇ ਮੌਸਮੀ ਤਬਦੀਲੀ ਦੇ ਖਤਰੇ ਨਾਲ ਨਜਿੱਠਣ ਵਾਸਤੇ ਇੱਕ ਨਾ ਇਨੀਸ਼ੀਏਟਿਵ ਸ਼ੁਰੂ ਕੀਤਾ, ਜਿਹਦਾ ਨਾਂ ਹੈਗਾ ਗ੍ਰੀਨ ਇਨੀਸ਼ੀਏਟਿਵ, ਜਾਂ ਫਿਰ ਇਹਨੂੰ ਕਹਿ ਸਕਦੇ ਮਿਡਲ ਈਸਟ ਗ੍ਰੀਨ ਇਨੀਸ਼ੀਏਟਿਵ, ਪਹਿਲ ਕਦਮੀ ਤੁਸੀਂ ਇਹਨੂੰ ਕਹਿ ਸਕਦੇ ਹੋਗੇ। ਔਰ ਜਿਹੜੀ ਅਗਰ ਗੱਲ ਕਰੀਏ ਤਾਂ ਇਹਨੂੰ ਹੁਣ ਸ਼ੁਰੂ ਕੀਤਾ ਜੀ ਸਾਊਦੀ ਅਰਬ ਦੇ ਵੱਲੋਂ। ਆਪਸ਼ਨ ਨੰਬਰ ਏ ਇੱਥੇ ਆਪਣਾ ਬਿਲਕੁਲ ਰਾਈਟ ਆਂਸਰ ਹੋ ਜਾਏਗਾ। ਸੋ ਆਪਸ਼ਨ ਨੰਬਰ ਏ ਬਾਰੇ ਜ਼ਰੂਰ ਯਾਦ ਰੱਖਣਾ। ਔਰ ਬੇਸਿਕਲੀ ਆਪਣੇ ਵਾਤਾਵਰਨ ਨੂੰ ਬਚਾਉਣ ਵਾਸਤੇ ਕਲਾਈਮੇਟ ਚੇਂਜ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਊਦੀ ਅਰਬ ਦੇ ਵੱਲੋਂ ਜਿਹੜਾ ਇਹ ਈਸਟ ਗ੍ਰੀਨ ਇਨੀਸ਼ੀਏਟਿਵ ਸ਼ੁਰੂ ਕੀਤਾ ਗਿਆ ਗਾ, ਠੀਕ ਹੈ ਜੀ। ਤੇ ਇਹਦੇ ਬਾਰੇ ਯਾਦ ਰੱਖਣਾ। ਬਾਕੀ ਸਾਊਦੀ ਅਰਬ ਦੀ ਜੋ ਕੈਪੀਟਲ ਹੈਗੀ ਰਿਆਦ, ਇੱਥੇ ਕੈਪੀਟਲ ਹੈਗੀ। ਔਰ ਕਰੰਸੀ ਦੀ ਮੈਂ ਗੱਲ ਕਰਾਂ ਤਾਂ ਸਾਊਦੀ ਰਿਆਲ ਇੱਥੇ ਜੀ ਕਰੰਸੀ ਚੱਲਦੀ ਆ, ਇਹ ਤੁਸੀਂ ਯਾਦ ਰੱਖ ਸਕਦੇ ਹੋ। ਸੋ ਗੱਲ ਕਰਦੇ ਹਾਂ ਜੀ ਨੈਕਸਟ ਕੁਐਸਚਨ ਬਾਰੇ। ਦੀ ਨਿਊ ਐਡੀਸ਼ਨ ਆਫ ਦੀ ਬੁੱਕ ਐਗਜ਼ਾਮ ਵਾਰੀਅਰ ਦੈਟ ਵਾਜ਼ ਲਾਂਚਡ ਇਜ਼ ਰਿਟਨ ਬਾਏ ਹੂਮ? ਕਹਿੰਦੇ ਜੀ ਕਿਤਾਬ ਐਗਜ਼ਾਮ ਵਾਰੀਅਰ ਦਾ ਨਵਾਂ ਸੰਸਕਰਨ ਕਿਸ ਦੁਆਰਾ ਹੁਣ ਲਿਖਿਆ ਗਿਆ ਗਾ? ਸੋ ਆਪਾਂ ਨੂੰ ਪਤਾ ਜੀ ਪਹਿਲਾਂ ਵੀ ਇਸ ਐਗਜ਼ਾਮ ਵਾਰੀਅਰ ਦੇ ਕਈ ਸੰਸਕਰਨ ਆ ਚੁੱਕੇ ਨੇ ਜਿਹੜੇ ਕਿ ਪੀਐਮ ਮੋਦੀ ਦੇ ਵੱਲੋਂ ਲਿਖੇ ਜਾਂਦੇ ਨੇਗੇ। ਤਾਂ ਬਸ ਇਹਦੇ ਬਾਰੇ ਇਹੀ ਯਾਦ ਰੱਖਣਾ, ਐਗਜ਼ਾਮ ਵਾਰੀਅਰ ਜੋ ਬੁੱਕ ਹੈ ਕਿਹਦੇ ਵੱਲੋਂ ਲਿਖੀ ਗਿਆ? ਪੀਐਮ ਮੋਦੀ ਦੇ ਵੱਲੋਂ ਹੁਣ ਇਹਦਾ ਨਵਾਂ ਸੰਸਕਰਨ ਲਿਖਿਆ ਗਿਆ ਗਾ। ਸੋ ਨੈਕਸਟ ਕੁਐਸਚਨ ਬਾਰੇ ਗੱਲ ਕਰਦੇ ਹਾਂ। ਹੂ ਇਜ਼ ਦੀ ਯੰਗੈਸਟ ਆਥਰ ਆਫ ਜੰਮੂ ਐਂਡ ਕਸ਼ਮੀਰ ਟੂ ਰਿਵਾਈਵ ਦੀ ਪੋਇਮਸ ਆਫ ਹੱਬਾ ਖਾਤੂਨ? ਦੇਖੋ ਜੀ ਕਹਿੰਦੇ ਹੱਬਾ ਖਾਤੂਨ ਦੀਆਂ ਕਵਿਤਾਵਾਂ ਨੂੰ ਮੁੜ ਸੁਰਜੀਤ ਕਰਨ ਵਾਲੀ
ਜੰਮੂ ਕਸ਼ਮੀਰ ਦੀ ਸਭ ਤੋਂ ਛੋਟੀ ਉਮਰ ਦੀ ਲੇਖਿਕਾ ਕੌਣ ਹੈ ਬਣੀ ਆ ਹੁਣ? ਆਪਸ਼ਨ ਵਿੱਚ ਸਾਰੇ ਹੀ ਨਾਮ ਹੈ ਤੁਹਾਨੂੰ ਜੰਮੂ ਕਸ਼ਮੀਰ ਨਾਲ ਰਿਲੇਟਡ ਕੁਝ ਲੇਡੀਜ਼ ਦੇ ਦਿੱਤੇ ਨੇਗੇ। ਔਰ ਗੱਲ ਕਰਾਂ ਇਸ ਕੁਐਸਚਨ ਦੇ ਰਾਈਟ ਆਨਸਰ ਦੀ ਤਾਂ ਇਹਨਾਂ ਨਾਂ ਹੈਗਾ ਸੋਹਿਲਾ ਸ਼ਾਬੀਰ। ਆਪਸ਼ਨ ਨੰਬਰ ਏ ਇੱਥੇ ਆਪਣਾ ਰਾਈਟ ਆਨਸਰ ਹੋ ਜਾਏਗਾ। ਦੇਖੋ ਜੋ ਸੋਹਿਲਾ ਸ਼ਾਬੀਰ ਹੈ ਇਹਨੇ ਹੱਬਾ ਖਾਤੂਨ ਅਸਲ ਵਿੱਚ ਕੌਣ ਹੈ? ਇੱਕ ਕਸ਼ਮੀਰੀ ਲੇਖਿਕਾ ਸੀ, ਬੜੀ ਪ੍ਰਸਿੱਧ ਜਾਣੀ ਮਾਣੀ। ਔਰ ਅਗਰ ਆਪਾਂ ਗੱਲ ਕਰੀਏ ਹੱਬਾ ਖਾਤੂਨ ਨੂੰ ਇੱਕ ਟਾਈਟਲ ਵੀ ਦਿੱਤਾ ਗਿਆ, ਇਹਨੂੰ ਦ ਨਾਈਟੈਂਗਲ ਆਫ ਕਸ਼ਮੀਰ ਵੀ ਕਿਹਾ ਜਾਂਦਾ ਗਾ। ਔਰ ਦੀ ਨਾਈਟੈਂਗਲ ਆਫ ਕਸ਼ਮੀਰ ਜਾਣੀ ਕਿ ਹੱਬਾ ਖਾਤੂਨ ਦੀਆਂ ਜੋ ਕਵਿਤਾਵਾਂ ਨੇ ਉਹਨੂੰ ਮੁੜ ਸੁਰਜੀਤ ਕਰਨ ਵਾਲੀ ਜੋ ਲੇਖਿਕਾ ਬਣੀ ਹੈ ਸੋਹਿਲਾ ਸ਼ਾਬੀਰ ਬਣੀ ਹੈ ਸਭ ਤੋਂ ਯੰਗੈਸਟ। ਔਰ ਇਹਨਾਂ ਦੀ ਉਮਰ ਹੈਗੀ ਹੈ ਕੇਵਲ 22 ਸਾਲ। ਤਾਂ ਬੇਸਿਕਲੀ ਆਪਾਂ ਨੇ ਬਸ ਇਹਨਾਂ ਦਾ ਨਾਮ ਹੀ ਯਾਦ ਰੱਖਣਾ। ਸੋ ਇਹਨਾਂ ਦਾ ਨਾਮ ਹੈ ਸੋਹਿਲਾ ਸ਼ਾਬੀਰ ਜੋ ਕਿ ਜੰਮੂ ਕਸ਼ਮੀਰ ਦੀ ਰਹਿਣ ਵਾਲੀ ਹੈ। ਬਾਕੀ ਤੁਹਾਨੂੰ ਮੈਂ ਦੱਸਿਆ ਵੀ ਬਾਕੀ ਆਪਸ਼ਨ ਵੀ ਜੋ ਜੰਮੂ ਕਸ਼ਮੀਰ ਨਾਲ ਰਿਲੇਟਡ ਹੀ ਹੈ, ਜਿਵੇਂ ਆਇਸ਼ਾ ਅਜ਼ੀਜ਼ ਕੌਣ ਹੈ, ਇਹ ਜੰਮੂ ਕਸ਼ਮੀਰ ਦੀ ਹੈਗੀ ਔਰ ਇਹਨਾਂ ਦੀ ਉਮਰ ਕੇਵਲ 25 ਸਾਲ ਹੈਗੀ। ਔਰ ਆਪਣੇ ਭਾਰਤ ਦੀ ਸਭ ਤੋਂ ਛੋਟੀ ਉਮਰ ਦੀ ਮਹਿਲਾ ਪਾਇਲਟ ਇਹ ਬਣੀ ਹੈਗੀ। ਔਰ ਪੂਜਾ ਦੇਵੀ ਦੀ ਮੈਂ ਗੱਲ ਕਰਾਂ ਤਾਂ ਜੰਮੂ ਕਸ਼ਮੀਰ ਦੀ ਪਹਿਲੀ ਮਹਿਲਾ ਬੱਸ ਡਰਾਈਵਰ ਇਹ ਬਣੀ ਸੀਗੀ। ਤਾਂ ਇਹਨਾਂ ਬਾਰੇ ਯਾਦ ਰੱਖਣਾ, ਠੀਕ ਹੈ ਜੀ। ਸੋ ਗੱਲ ਕਰਦੇ ਹਾਂ ਨੈਕਸਟ ਕੁਐਸਚਨ ਬਾਰੇ। ਸੋ ਆਪਣਾ ਨੈਕਸਟ ਕੁਐਸਚਨ ਵੀ ਦੇਖੋ ਜੀ ਬੁੱਕਸ ਨਾਲ ਰਿਲੇਟਡ ਹੀ ਹੈਗਾ ਗਾ। ਸੋ ਪੋਸੀਬਲ ਨਹੀਂ ਸਾਰੀਆਂ ਬੁੱਕਸ ਮੈਂ ਤੁਹਾਨੂੰ ਅੱਜ ਵਾਲੀ ਕਲਾਸ ਵਿੱਚ ਕਰਾ ਦਾਂ, ਕਿਉਂਕਿ ਕਰਾ ਵੀ ਦਵਾਂ ਤਾਂ ਤੁਹਾਡੀ ਇੰਨੀਆਂ ਯਾਦ ਨਹੀਂ ਰਹਿਣੀਆਂ ਉਹਦੇ ਬੁੱਕਸ ਐਂਡ ਆਥਰ ਦੇ ਨੇਮ। ਸੋ ਬੈਟਰ ਹੈ ਕਿ ਮੈਂ ਰੇਸ ਅਕੈਡਮੀ ਦਾ ਜੋ ਟੈਲੀਗ੍ਰਾਮ ਚੈਨਲ ਆ ਉੱਥੇ ਨਾ ਹੁਣ ਰੀਸੈਂਟਲੀ ਇੱਕ ਲਿੰਕ ਸ਼ੇਅਰ ਕੀਤਾ ਗਾ, ਤੁਸੀਂ ਉਸ ਨੂੰ ਓਪਨ ਕਰਕੇ ਜ਼ਰੂਰ ਦੇਖਣਾ। ਉਸ ਲਿੰਕ ਦੇ ਵਿੱਚ ਪਿਛਲੇ ਮਹੀਨੇ ਦੀਆਂ ਜਿੰਨੀਆਂ ਵੀ ਬੁੱਕਸ ਹੈਗੀਆਂ ਨੇ ਔਰ ਉਹਨਾਂ ਦੇ ਰਾਈਟਰਸ ਨੇ ਕਾਫੀ ਨੇਗੇ। ਔਰ ਇੱਕ ਵਾਰੀ ਤੁਸੀਂ ਜ਼ਰੂਰ ਉਸ ਨੂੰ ਓਪਨ ਕਰਕੇ ਰੀਡ ਕਰ ਲੈਣਾ। ਸਾਰੀਆਂ ਆਲ ਇੰਪੋਰਟੈਂਟ ਜਿਹੜੀਆਂ ਬੁੱਕਸ ਨੇਗੀਆਂ ਉਹਦੇ ਰਾਈਟਰ ਤੁਹਾਨੂੰ ਉੱਥੇ ਦੇਖਣ ਨੂੰ ਮਿਲ ਜਾਣਗੇ ਔਰ ਬੁੱਕਸ ਦੇ ਨਾਮ ਵੀ, ਠੀਕ ਹੈ ਨਾ। ਤੁਸੀਂ ਜ਼ਰੂਰ ਦੇਖ ਲੈਣਾ। ਬਾਕੀ ਕੁਐਸਚਨ ਬਾਰੇ ਗੱਲ ਕਰਦੇ ਹਾਂ, ਕਹਿੰਦੇ ਹੂ ਹੈਜ਼ ਰਿਟਨ ਅ ਬੁੱਕ ਨੇਮ ਮਾਈ ਐਕਸਪੈਰੀਮੈਂਟਸ ਵਿਦ ਸਾਇਲੈਂਸ। ਕਹਿੰਦੇ ਜੀ ਕਿਸ ਨੇ ਇਹ ਕਿਤਾਬ ਜਿਹਦਾ ਨਾਮ ਹੈਗਾ ਮਾਈ ਐਕਸਪੈਰੀਮੈਂਟ ਵਿਦ ਸਾਇਲੈਂਸ ਨੂੰ ਲਿਖਿਆ ਗਾ। ਦੇਖੋ ਜਿਹੜੀ ਇਹ ਬੁੱਕ ਹੈ ਹੁਣ ਲਿਖੀ ਗਈ ਹੈ ਜੀ ਸਮੀਰ ਸੋਨੀ ਦੇ ਵੱਲੋਂ। ਆਪਸ਼ਨ ਨੰਬਰ ਏ ਇੱਥੇ ਬਿਲਕੁਲ ਆਪਣਾ ਰਾਈਟ ਆਨਸਰ ਹੋ ਜਾਵੇਗਾ। ਸੋ ਇਹਨਾਂ ਬਾਰੇ ਯਾਦ ਰੱਖਣਾ। ਬਾਕੀ ਦੇਖੋ ਨਿੰਦਿਆ ਦੱਤਾ ਦੀ ਮੈਂ ਗੱਲ ਕਰਾਂ ਤਾਂ ਰੀਸੈਂਟਲੀ ਇਹਨਾਂ ਨੇ ਬੁੱਕ ਲਿਖੀ ਹੈ ਐਡਵਾਂਟੇਜ ਇੰਡੀਆ ਦੀ ਸਟੋਰੀ ਆਫ ਇੰਡੀਅਨ ਟੈਨਿਸ। ਐਵਨ ਓਸਨੋਸ ਦੀ ਗੱਲ ਕਰਾਂ ਤਾਂ ਅਮਰੀਕਾ ਦੇ ਜੋ ਨਵੇਂ ਪ੍ਰੈਜ਼ੀਡੈਂਟ ਬਣੇ ਨੇ ਜੋ ਬਾਈਡਨ ਸਾਹਿਬ, ਉਹਨਾਂ ਦੀ ਬੁੱਕ ਲਿਖੀ ਹੈ ਜੋ ਬਾਈਡਨ ਅਮੈਰੀਕਨ ਡਰੀਮਰ। ਔਰ AS ਪੈਨਰ ਸੈਲਵਨ ਦੀ ਅਗਰ ਗੱਲ ਕਰੀਏ ਤਾਂ ਇਹਨਾਂ ਦੀ ਬੁੱਕ ਦਾ ਨਾਂ ਹੈਗਾ ਕਰੁਣਾਨਿਧੀ ਆ ਲਾਈਫ, ਠੀਕ ਹੈ ਨਾ। ਤਾਂ ਇਹਨਾਂ ਬਾਰੇ ਵੀ ਯਾਦ ਰੱਖਣਾ। ਸੋ ਗੱਲ ਕਰਦੇ ਹਾਂ ਜੀ ਨੈਕਸਟ ਕੁਐਸਚਨ ਬਾਰੇ। ਬਟ ਟਾਈਪ ਆਫ ਇਨੀਸ਼ੀਏਟਿਵ ਅਨਾਮਿਆ ਸਪੋਂਸਰਡ ਬਾਏ ਪਿਰਾਮਲ ਫਾਊਂਡੇਸ਼ਨ ਐਂਡ ਬਿਲ ਐਂਡ ਮਲਿੰਡਾ ਗੇਟਸ ਫਾਊਂਡੇਸ਼ਨ। ਦੇਖੋ ਜੀ ਕਹਿੰਦੇ ਪਿਰਾਮਲ ਫਾਊਂਡੇਸ਼ਨ ਆਪਣੇ ਭਾਰਤ ਦੀ ਇਹ ਫਾਊਂਡੇਸ਼ਨ ਹੈ ਇੱਕ, ਅਤੇ ਬਿਲ ਐਂਡ ਮਲਿੰਡਾ ਗੇਟਸ ਫਾਊਂਡੇਸ਼ਨ ਵੱਲੋਂ ਪ੍ਰਯੋਜਿਤ ਅਨਾਮਿਆ ਨਾਂ ਦੀ ਇੱਕ ਪਹਿਲ ਸ਼ੁਰੂ ਕੀਤੀ ਗਈ ਹੈ, ਜਾਣੀ ਕਿ ਇਨੀਸ਼ੀਏਟਿਵ ਹੈ। ਆਪਾਂ ਦੱਸਣਾ ਵੀ ਇਨੀਸ਼ੀਏਟਿਵ ਕਾਹਦੇ ਵਾਸਤੇ ਆ। ਤਾਂ ਇਹ ਜਿਹੜਾ ਇਨੀਸ਼ੀਏਟਿਵ ਹੈ ਜੀ ਹੈਲਥ ਸਪੋਰਟ ਅਮੰਗ ਟਰਾਈਬਲ ਪਾਪੂਲੇਸ਼ਨ ਇਨ ਇੰਡੀਆ ਗਾ। ਦੇਖੋ ਜਿਹੜੇ ਵੀ ਆਪਣੇ ਭਾਰਤ ਦੇ ਕਬੀਲਿਆਂ ਦੀ ਜੋ ਪਾਪੂਲੇਸ਼ਨ ਹੈਗੀ, ਠੀਕ ਹੈ ਨਾ, ਉਹਨਾਂ ਦੇ ਜੋ ਹੈਲਥ ਸਪੋਰਟ ਵਾਸਤੇ ਇੱਕ ਇਨੀਸ਼ੀਏਟਿਵ ਜਿਹਦਾ ਨਾਮ ਅਨਾਮਿਆ ਹੁਣ ਸ਼ੁਰੂ ਕੀਤਾ ਗਿਆ। ਇਹਦੇ ਬਾਰੇ ਤੁਸੀਂ ਜ਼ਰੂਰ ਯਾਦ ਰੱਖਣਾ। ਬਿਲ ਐਂਡ ਮਲਿੰਡਾ ਗੇਟਸ ਬੜੀ ਫੇਮਸ ਫਾਊਂਡੇਸ਼ਨ ਹੈ, ਚੈਰੀਟੇਬਲ ਫਾਊਂਡੇਸ਼ਨ ਹੈਗੀ ਇਹ, ਜਿਹੜੀ ਕਿ ਬਿਲ ਗੇਟਸ ਅਤੇ ਉਹਨਾਂ ਦੀ ਪਤਨੀ ਮਲਿੰਡਾ ਗੇਟਸ ਦੀ ਹੈਗੀ ਆ। ਅਤੇ ਇਹਦੇ ਬਾਰੇ ਯਾਦ ਰੱਖਣਾ। ਸੋ ਗੱਲ ਕਰਦੇ ਹਾਂ ਜੀ ਨੈਕਸਟ ਕੁਐਸਚਨ ਬਾਰੇ। ਬਟ ਇਜ਼ ਦੀ ਰੈਂਕ ਆਫ ਇੰਡੀਆ ਇਨ ਗਲੋਬਲ ਜੈਂਡਰ ਗੈਪ ਰਿਪੋਰਟ। ਦੇਖੋ ਜੀ ਇੱਕ ਰਿਪੋਰਟ ਆਈ ਹੈ ਜਿਹਦਾ ਨਾਮ ਹੈਗਾ ਗਲੋਬਲ ਜੈਂਡਰ ਗੈਪ ਰਿਪੋਰਟ 2021। ਇਹਦੇ ਵਿੱਚ ਆਪਣੇ ਭਾਰਤ ਦਾ ਰੈਂਕ ਦੱਸਣਾ ਕੀ ਹੈਗਾ। ਦੇਖੋ ਜਿੰਨੇ ਵੀ ਹੁਣ ਇੰਡੈਕਸ ਐਂਡ ਰੈਂਕਿੰਗ ਆਈਆਂ ਸੀਗੀਆਂ ਉਹਨਾਂ ਦੀ ਮੈਂ ਇੱਕ ਕੰਪਲੀਟ ਵੀਡੀਓ ਬਣਾ ਦਿੱਤੀ ਸੀ ਆਪਣੇ ਰੇਸ ਅਕੈਡਮੀ ਚੈਨਲ 'ਤੇ, ਤੁਹਾਨੂੰ ਦੇਖਣ ਨੂੰ ਮਿਲ ਜਾਵੇਗੀ। ਤਾਂ ਇੱਕ ਵਾਰੀ ਤੁਸੀਂ ਉਹ ਜ਼ਰੂਰ ਦੇਖ ਲੈਣਾ ਗਾ। ਬਾਕੀ ਗੱਲ ਕਰੀਏ ਹੁਣ ਜੋ ਨਵੀਂ ਗਲੋਬਲ ਜੈਂਡਰ ਗੈਪ ਰਿਪੋਰਟ ਆਈ ਹੈ, ਆਈ ਥਿੰਕ ਉਹਦੇ ਉਸ ਵੀਡੀਓ ਦੇ ਵਿੱਚ ਵੀ ਆਪਾਂ ਨੇ ਇਹ ਜਿਹੜੀ ਰਿਪੋਰਟ ਕਵਰ ਕੀਤੀ ਹੈ, ਬਟ ਉਹ 2020 ਵਾਲੀ ਹੈ। ਤੁਸੀਂ ਧਿਆਨ 'ਚ ਰੱਖਣਾ 2021 ਵਾਲੀ ਗਲੋਬਲ ਜੈਂਡਰ ਗੈਪ ਰਿਪੋਰਟ ਹੁਣ ਜੋ ਜਾਰੀ ਕੀਤੀ ਗਈ। ਇਹਦੇ ਵਿੱਚ ਆਪਣੀ ਇੰਡੀਆ ਦੀ ਰੈਂਕ ਹੈਗੀ 140ਵੀਂ। ਟੋਟਲ ਦੁਨੀਆ ਦੇ 156 ਦੇਸ਼ ਇਸ ਵਿੱਚ ਸ਼ਾਮਿਲ ਕੀਤੇ ਗਏ ਸੀਗੇ, ਜਿਹਦੇ ਵਿੱਚ ਆਪਣਾ ਭਾਰਤ ਇਸ ਵਾਰੀ 140ਵੇਂ ਨੰਬਰ 'ਤੇ ਆ। ਔਰ ਪਿਛਲੀ ਵਾਰੀ ਸ਼ਾਇਦ ਆਪਣਾ ਭਾਰਤ 112ਵੇਂ ਨੰਬਰ 'ਤੇ ਸੀ, ਬਟ ਆਪਣੇ ਲਈ ਉਹ ਇੰਪੋਰਟੈਂਟ ਨਹੀਂ, ਆਪਣੀ ਇੰਪੋਰਟੈਂਟ 140ਵਾਂ ਜੋ ਇਸ ਵਾਰੀ ਦਾ ਰੈਂਕ ਹੈਗਾ, ਠੀਕ ਹੈ ਜੀ। ਔਰ ਇਸ ਰਿਪੋਰਟ ਨੂੰ ਜਾਰੀ ਕੀਤਾ ਗਿਆ ਵਰਲਡ ਇਕਨੋਮਿਕ ਫੋਰਮ ਦੇ ਵੱਲੋਂ। ਔਰ ਟੌਪ 'ਤੇ ਇਸ ਵਿੱਚ ਹੈਗਾ ਜੀ ਆਈਸਲੈਂਡ ਕੰਟਰੀ, ਦੂਜੇ ਨੰਬਰ 'ਤੇ ਫਿਨਲੈਂਡ, ਥਰਡ ਨੰਬਰ 'ਤੇ ਮਿਲ ਜਾਵੇਗਾ ਨਾਰਵੇ ਕੰਟਰੀ। ਬਟ ਆਪਣੇ ਲਈ ਇੰਪੋਰਟੈਂਟ ਹੈ ਜੀ ਆਪਣਾ ਇੰਡੀਆ ਜੋ ਕਿ ਹੈਗਾ ਹੁਣ 140ਵੇਂ ਨੰਬਰ 'ਤੇ ਗਲੋਬਲ ਜੈਂਡਰ ਗੈਪ ਰਿਪੋਰਟ 2021 ਦੇ ਵਿੱਚ। ਤਾਂ ਇਹਦੇ ਬਾਰੇ ਯਾਦ ਰੱਖਣਾ। ਸੋ ਗੱਲ ਕਰਦੇ ਹਾਂ ਨੈਕਸਟ ਕੁਐਸਚਨ ਬਾਰੇ। ਵਿੱਚ ਮਰਾਠੀ ਫਿਲਮ ਹੈਜ਼ ਵੌਨ ਦੀ ਬੈਸਟ ਫੋਰਨ ਲੈਂਗੁਏਜ ਫੀਚਰ ਅਵਾਰਡ ਐਟ ਮਾਸਕੋ ਇੰਟਰਨੈਸ਼ਨਲ ਫਿਲਮ ਫੈਸਟੀਵਲ 2021। ਕਹਿੰਦੇ ਜੀ ਕਿਸ ਮਰਾਠੀ ਫਿਲਮ ਨੇ ਮਾਸਕੋ ਦੇ ਵਿੱਚ, ਮਾਸਕੋ ਆਪਣੀ ਰਸ਼ੀਆ ਦੀ ਕੈਪੀਟਲ ਹੈ ਮਾਸਕੋ, ਉੱਥੇ ਹੈਗੀ ਹੈ ਇੰਟਰਨੈਸ਼ਨਲ
ਫਿਲਮ ਫੈਸਟੀਵਲ 2021 ਵਿੱਚ ਸਰਵੋਤਮ ਵਿਦੇਸ਼ੀ ਭਾਸ਼ਾ ਦਾ ਵਿਸ਼ੇਸ਼ਤਾ ਪੁਰਸਕਾਰ ਜਿੱਤਿਆ ਗਾ। ਕਿਹੜੀ ਫਿਲਮ ਨੇ ਜਿੱਤਿਆ ਗਾ? ਤੇ ਫਿਲਮ ਦਾ ਨਾਮ ਬੜਾ ਇੰਪੋਰਟੈਂਟ ਆ, ਪੁਗਲਿਆ ਗਾ। ਇਸ ਫਿਲਮ ਦਾ ਨਾਮ ਮਰਾਠੀ ਫਿਲਮ ਹੈਗੀ, ਜਿਸ ਨੇ ਕਿ ਉਹਨੂੰ ਮਾਸਕੋ ਇੰਟਰਨੈਸ਼ਨਲ ਫਿਲਮ ਫੈਸਟੀਵਲ ਦੇ ਵਿੱਚ ਬੈਸਟ ਫੋਰਨ ਲੈਂਗੁਏਜ ਫੀਚਰ ਫਿਲਮ ਦਾ ਅਵਾਰਡ ਜਿਹੜਾ ਜਿੱਤਿਆ ਗਾ। ਠੀਕ ਹੈ ਜੀ, ਪੁਗਲਿਆ ਇਸ ਫਿਲਮ ਦਾ ਨਾਮ ਜ਼ਰੂਰ ਯਾਦ ਰੱਖਣਾ। ਬਾਕੀ ਦੇਖੋ ਫਿਲਮ ਨਾਲ ਰਿਲੇਟਡ ਗੱਲ ਆਈ ਤਾਂ ਹੁਣ ਰੀਸੈਂਟਲੀ 67ਵੇਂ ਫਿਲਮ ਫੈਸਟੀਵਲ ਹੋ ਕੇ ਹਟੇ ਸੀਗੇ, ਔਰ ਇਹਨਾਂ ਵਿੱਚ ਇੱਕ ਦੋ ਨਾਮ ਇੰਪੋਰਟੈਂਟ ਹੈ। ਦੇਖੋ 67ਵੇਂ ਫਿਲਮ ਫੈਸਟੀਵਲ ਦੇ ਵਿੱਚ ਬੈਸਟ ਹਿੰਦੀ ਫਿਲਮ ਦਾ ਜੋ ਖਿਤਾਬ ਇਸ ਵਾਰੀ ਮਿਲਿਆ ਸੀ ਸ਼ਿਸ਼ੋਰੇ ਫਿਲਮ ਨੂੰ, ਆਪਸ਼ਨ ਨੰਬਰ ਸੀ ਵਿੱਚ ਤੁਸੀਂ ਦੇਖ ਰਹੇ ਹੋ, ਹਿੰਦੀ ਫਿਲਮ ਦਾ ਅਵਾਰਡ। ਅੱਛਾ, ਗੱਲ ਕਰਾਂ ਮੈਂ 67ਵੇਂ ਫਿਲਮ ਫੈਸਟੀਵਲ ਦੇ ਵਿੱਚ ਇਸ ਵਾਰੀ ਬੈਸਟ ਪੰਜਾਬੀ ਫਿਲਮ ਕਿਹੜੀ ਰਹੀ ਸੀ ਭਲਾ? ਤਾਂ ਬੈਸਟ ਪੰਜਾਬੀ ਫਿਲਮ ਰਹੀ ਸੀ ਰੱਬ ਦਾ ਰੇਡੀਓ 2। ਠੀਕ ਹੈ ਨਾ, ਤਾਂ ਇਹਦੇ ਬਾਰੇ ਵੀ ਤੁਸੀਂ ਜ਼ਰੂਰ ਯਾਦ ਰੱਖਣਾ। ਦੇਖੀ ਹੋਣੀ ਸਭ ਨੇ, ਤਰਸੇਮ ਜੱਸੜ ਦੀ ਆ ਇਹ। ਔਰ ਗੱਲ ਕਰੀਏ ਦੇਖੋ ਇਸ ਤੋਂ ਇਲਾਵਾ 67ਵੇਂ ਫਿਲਮ ਫੈਸਟੀਵਲ ਦੇ ਵਿੱਚ ਬੈਸਟ ਫੀਚਰ ਫਿਲਮ ਕਿਹੜੀ ਰਹੀ ਸੀ ਇਸ ਵਾਰੀ? ਤਾਂ ਆਪਸ਼ਨ ਨੰਬਰ ਬੀ ਵਿੱਚ ਤੁਸੀਂ ਦੇਖ ਰਹੇ ਹੋ ਇਹਨਾਂ ਦਾ ਨਾਮ ਮਰੱਕਰ ਲਾਇਨ ਆਫ ਅਰੇਬੀਅਨ ਸੀ ਇਹਦਾ ਨਾਮ ਹੈਗਾ ਵਾ। ਠੀਕ ਹੈ ਨਾ, ਤਾਂ ਇਹਦੇ ਬਾਰੇ ਵੀ ਤੁਸੀਂ ਜ਼ਰੂਰ ਯਾਦ ਰੱਖਣਾ, ਬੜਾ ਇੰਪੋਰਟੈਂਟ ਇਹ ਵੀ ਕੁਐਸਚਨ ਹੈਗਾ। ਸੋ ਗੱਲ ਕਰਦੇ ਹਾਂ ਆਪਾਂ ਨੈਕਸਟ ਕੁਐਸਚਨ ਬਾਰੇ। ਬਟ ਇਹਦੀ ਥੀਮ ਆਫ ਵਰਲਡ ਇਮਿਊਨਾਈਜੇਸ਼ਨ ਵੀਕ 2021 ਕਹਿੰਦੇ ਜੀ ਵਰਲਡ ਇਮਿਊਨਾਈਜੇਸ਼ਨ ਵੀਕ 2021 ਦੀ ਥੀਮ ਕੀ ਰਹੀ ਸੀ? ਦੇਖੋ ਜੋ ਆਪਣੇ ਇਮਿਊਨ ਸਿਸਟਮ ਨੂੰ ਲੈ ਕੇ ਜੋ ਇੱਕ ਆਪਣਾ ਹੁਣ ਵਰਲਡ ਇਮਿਊਨਾਈਜੇਸ਼ਨ ਵੀਕ ਹੁਣ ਮਨਾਇਆ ਗਿਆ ਸੀਗਾ, ਮਨਾਇਆ ਨਹੀਂ ਜਾਣੀ ਕਿ ਤੁਸੀਂ ਕਹਿ ਸਕਦੇ ਇੱਕ ਅਵੇਅਰਨੈਸ ਦਾ ਵੀਕ ਹੈਗਾ ਸੀ, ਜਿਹੜਾ ਕਿ ਪਿਛਲੇ ਮਹੀਨੇ 24 ਤੋਂ ਲੈ ਕੇ 30 ਅਪ੍ਰੈਲ ਵਿੱਚ ਹੋਇਆ ਸੀਗਾ। ਠੀਕ ਹੈ ਨਾ, ਔਰ ਇਸ ਵਾਰੀ ਜੋ ਇਹਦਾ ਥੀਮ ਹੁਣ ਰਿਹਾ ਸੀ ਜੀ ਵੈਕਸੀਨ ਬ੍ਰਿੰਗ ਅਸ ਕਲੋਜ਼ਰ, ਇਹਦਾ ਥੀਮ ਰਿਹਾ ਸੀ। ਬੜਾ ਇੰਪੋਰਟੈਂਟ ਇਹ ਕੁਐਸਚਨ ਹੈਗਾ, ਇਹਦੇ ਬਾਰੇ ਯਾਦ ਰੱਖਣਾ। ਆਪਸ਼ਨ ਨੰਬਰ ਏ ਇੱਥੇ ਰਾਈਟ ਆਂਸਰ ਹੋਏਗਾ ਵੈਕਸੀਨ ਬ੍ਰਿੰਗ ਅਸ ਕਲੋਜ਼ਰ। ਠੀਕ ਹੈ ਜੀ, ਸੋ ਗੱਲ ਕਰਦੇ ਹਾਂ ਨੈਕਸਟ ਕੁਐਸਚਨ ਬਾਰੇ। ਹੂ ਹੈਜ਼ ਬਿਕਮ ਦੀ ਫਸਟ ਵੂਮੈਨ ਡਾਇਰੈਕਟਰ ਜਨਰਲ ਆਫ ਪਾਲਿਸੀ ਥਿੰਕ ਟੈਂਕ ਨੈਸ਼ਨਲ ਕਾਉਂਸਲ ਆਫ ਅਪਲਾਈਡ ਇਕਨੋਮਿਕ ਰਿਸਰਚ? ਕਹਿੰਦੇ ਜੀ ਨੈਸ਼ਨਲ ਕਾਉਂਸਲ ਆਫ ਅਪਲਾਈਡ ਇਕਨੋਮਿਕ ਰਿਸਰਚ ਦੀ ਪਹਿਲੀ ਮਹਿਲਾ ਡਾਇਰੈਕਟਰ ਜਨਰਲ ਹੁਣ ਕੌਣ ਬਣੀ ਆ? ਬੜਾ ਇੰਪੋਰਟੈਂਟ ਕੁਐਸਚਨ ਹੈਗਾ। ਔਰ ਜੋ ਇਹਦੀ ਹੁਣ ਨਵੀਂ ਡਾਇਰੈਕਟਰ ਜਨਰਲ ਬਣੀ ਆ ਪੂਨਮ ਗੁਪਤਾ ਬਣੀ ਆ। ਅਸਲ ਦੇ ਵਿੱਚ ਜਿਹੜਾ ਇਹ ਪਾਲਿਸੀ ਥਿੰਕ ਟੈਂਕ ਹੈਗਾ ਨੈਸ਼ਨਲ ਕਾਉਂਸਲ ਆਫ ਅਪਲਾਈਡ ਇਕਨੋਮਿਕ ਰਿਸਰਚ, ਇਹਦਾ ਕੰਮ ਕੀ ਹੈ? ਇਹਦਾ ਕੰਮ ਇਹ ਹੈ ਵੀ ਆਪਣੇ ਦੇਸ਼ ਦੀਆਂ ਜਿੰਨੀਆਂ ਵੀ ਇਕਨੋਮਿਕ ਪਾਲਿਸੀਆਂ ਹੋਣਗੀਆਂ ਉਹਨੂੰ ਬਣਾਉਣ ਦੇ ਵਿੱਚ ਮਦਦ ਕਰਦਾ ਹੈ ਥਿੰਕ ਟੈਂਕ, ਜਿਹਦੀ ਕਿ ਪਹਿਲੀ ਵਾਰ ਕੋਈ ਔਰਤ ਡਾਇਰੈਕਟਰ ਜਨਰਲ ਬਣੀ ਹੈ, ਜਿਹਦਾ ਨਾਮ ਹੈਗਾ ਪੂਨਮ ਗੁਪਤਾ। ਔਰ ਇਸ ਥਿੰਕ ਟੈਂਕ ਦਾ ਹੈੱਡਕੁਆਟਰ ਤੁਹਾਨੂੰ ਨਵੀਂ ਦਿੱਲੀ ਵਿੱਚ ਦੇਖਣ ਨੂੰ ਮਿਲ ਜਾਵੇਗਾ, ਤੇ ਇਹਦੇ ਬਾਰੇ ਯਾਦ ਰੱਖਣਾ, ਇਹੀ ਇੰਪੋਰਟੈਂਟ। ਬਾਕੀ ਇਸ ਤੋਂ ਇਲਾਵਾ ਦੇਖੋ ਅਦਰ ਆਪਸ਼ਨ ਇਹ ਬੜੇ ਇੰਪੋਰਟੈਂਟ ਨੇਗੇ। ਆਪਣੇ ਇੱਕ ਨਾ ਬੋਰਡ ਹੈਗਾ PESB ਬੋਰਡ। ਠੀਕ ਹੈ ਨਾ, PESB ਦਾ ਪੂਰਾ ਨਾਮ ਹੁੰਦਾ ਗਾ ਪਬਲਿਕ ਐਂਟਰਪ੍ਰਾਈਜ਼ ਸਿਲੈਕਸ਼ਨ ਬੋਰਡ। ਔਰ ਇਸ ਬੋਰਡ ਦੇ ਹੁਣ ਰੀਸੈਂਟਲੀ ਨਵੇਂ ਚੇਅਰਮੈਨ ਬਣੇ ਨੇ, ਜਿਨ੍ਹਾਂ ਹੈਗਾ ਮਲਿਕਾ ਸ਼੍ਰੀ ਨਿਵਾਸਨ, ਆਪਸ਼ਨ ਨੰਬਰ ਬੀ। ਔਰ ਇਸ ਬੋਰਡ ਦੇ ਹੀ ਨਵੇਂ ਹੁਣ CMD ਵੀ ਬਣੇ ਨੇ, ਜਿਨ੍ਹਾਂ ਦਾ ਨਾਂ ਹੈਗਾ ਅਮਿਤ ਬੈਨਰਜੀ, ਆਪਸ਼ਨ ਨੰਬਰ ਡੀ ਵਿੱਚ। ਠੀਕ ਹੈ ਨਾ, ਤਾਂ ਇਹਨਾਂ ਬਾਰੇ ਤੁਸੀਂ ਯਾਦ ਰੱਖਣਾ। ਇੱਕ ਆਪਸ਼ਨ ਆਪਣਾ ਰਹਿ ਗਿਆ ਜੀ ਅਮਿਤਾਭ ਚੌਧਰੀ। ਅਮਿਤਾਭ ਚੌਧਰੀ ਹੁਣ ਦੇਖੋ ਆਪਣਾ ਜੋ ਐਕਸਿਸ ਬੈਂਕ ਹੈ ਉਹਦੇ MD ਅਤੇ CEO ਵਜੋਂ ਚੁਣਿਆ ਗਿਆ ਗਾ। ਪਹਿਲਾਂ ਹੀ ਵੈਸੇ ਇਹੀ ਸੀਗੇ, ਇਹਨਾਂ ਨੂੰ ਦੁਬਾਰੇ ਰੀਅਪੁਆਇੰਟ ਕੀਤਾ ਗਿਆ ਗਾ ਅਮਿਤਾਭ ਚੌਧਰੀ ਨੂੰ ਐਕਸਿਸ ਬੈਂਕ ਦੇ ਨਵੇਂ MD ਅਤੇ CEO ਵਜੋਂ। ਠੀਕ ਹੈ ਨਾ, ਸੋ ਇਹਨਾਂ ਬਾਰੇ ਵੀ ਯਾਦ ਰੱਖਣਾ। ਸੋ ਗੱਲ ਕਰਦੇ ਹਾਂ ਨੈਕਸਟ ਕੁਐਸਚਨ ਬਾਰੇ। ਵਿਚ ਕੰਟਰੀਜ਼ ਫਾਰਮਰ ਕੈਪਟਨ ਹੀਥ ਸਟ੍ਰੀਕ ਹੈਜ਼ ਬੀਨ ਬੈਨਡ ਫॉर 8 ਈਅਰ ਫॉर ਬ੍ਰੇਕਿੰਗ ਐਂਟੀ ਕਰਪਸ਼ਨ ਕੋਡ ਫॉर ICC ਦੇ ਦੇਖੋ ਭ੍ਰਿਸ਼ਟਾਚਾਰ ਵਿਰੋਧੀ ਕੋਡ ਨੂੰ ਤੋੜਨ ਲਈ ਕਿਸ ਦੇਸ਼ ਦੇ ਫਾਰਮਰ ਕਪਤਾਨ ਹੀਥ ਸਟ੍ਰੀਕ ਉੱਤੇ 8 ਸਾਲਾਂ ਦੀ ਪਾਬੰਦੀ ਲਗਾਈ ਗਈ। ਸੋ ਨੇ ਸੁਣਿਆ ਹੋਣਾ ਇਹਨਾਂ ਨਾਮ। ਔਰ ਜਿਹੜੇ ਇਹ ਹੀਥ ਸਟ੍ਰੀਕ ਨੇਗੇ ਜ਼ਿੰਬਾਬਵੇ ਦੀ ਜੋ ਕ੍ਰਿਕਟ ਟੀਮ ਹੈ ਉੱਥੋਂ ਦੇ ਕੈਪਟਨ ਹੈਗੇ ਸੀਗੇ। ਔਰ ਇਹਨਾਂ ਉੱਤੇ ICC ਦੇ ਵੱਲੋਂ ਹੁਣ ਬੈਨ ਲਗਾ ਦਿੱਤਾ ਗਿਆ। ICC ਮਤਲਬ ਇੰਟਰਨੈਸ਼ਨਲ ਕ੍ਰਿਕਟ ਕਾਉਂਸਲ, ਕ੍ਰਿਕਟ ਵਾਸਤੇ ਜੋ ਅੰਤਰਰਾਸ਼ਟਰੀ ਪੱਧਰ 'ਤੇ ਜੋ ਸੰਸਥਾ ਬਣੀ ਹੋਈ ਹੈ ICC, ਇਸ ਦੇ ਵੱਲੋਂ ਕੀ ਇਹਨਾਂ ਉੱਤੇ ਕੀ ਹੁਣ 8 ਸਾਲਾਂ ਵਾਸਤੇ ਬੈਨ ਲਗਾ ਦਿੱਤਾ ਗਿਆ ਗਾ। ਇਹੀ ਆਪਾਂ ਨੇ ਬਸ ਯਾਦ ਰੱਖਣਾ। ਠੀਕ ਹੈ ਨਾ, ਜ਼ਿੰਬਾਬਵੇ ਕੰਟਰੀ ਦੇ ਕੀ ਨੇਗੇ ਕ੍ਰਿਕਟ ਟੀਮ ਦੇ ਕੀ ਆ ਕੈਪਟਨ ਹੈਗੇ ਸੀਗੇ। ਬਾਕੀ ਦੇਖੋ ਜ਼ਿੰਬਾਬਵੇ ਤੁਹਾਨੂੰ ਪਤਾ ਹੋਏਗਾ ਇੱਕ ਅਫਰੀਕਨ ਦੇਸ਼ ਹੈਗਾ। ਕੈਪੀਟਲ ਦੇਖੋ ਜ਼ਿੰਬਾਬਵੇ ਦੀ ਕੀ ਆ ਭਲਾ? ਹਰਾਰੇ ਹੈ ਇੱਥੋਂ ਦੀ ਕੈਪੀਟਲ। ਕਰੰਸੀ ਚੱਲਦੀ ਹੈਗੀ ਜ਼ਿੰਬਾਬਵੇ ਡਾਲਰ। ਠੀਕ ਹੈ ਜੀ, ਬਾਕੀ ਗੱਲ ਦੇਖੋ ICC ਦੀ ਵੀ ਆਈ ਹੈ ਕੁਐਸਚਨ ਵਿੱਚ ਦਾ। ਇੰਟਰਨੈਸ਼ਨਲ ਕ੍ਰਿਕਟ ਕਾਉਂਸਲ ਜਿਹੜਾ ਪੂਰਾ ਨਾਮ ਹੈਗਾ, ਚੇਅਰਮੈਨ ਇਹਦੇ ਨਵੇਂ ਬਣੇ ਸੀ ਗ੍ਰੈਗ ਬਾਰਕਲੇ ਇਹਦਾ ਨਾਮ, ਨਿਊਜ਼ੀਲੈਂਡ ਤੋਂ ਸੀ ਇਹ ਵਿਅਕਤੀ। ਬਾਕੀ ਡਿਪਟੀ ਚੇਅਰਮੈਨ ਵੀ ਯਾਦ ਰੱਖ ਸਕਦੇ ਹੋ, ਇਮਰਾਨ ਖਵਾਜਾ ਇਹਦੇ ਡਿਪਟੀ ਚੇਅਰਮੈਨ ਬਣੇ ਨੇ ਰੀਸੈਂਟਲੀ। CEO ਦੀ ਵੀ ਗੱਲ ਕਰਾਂ ਤਾਂ ਮਨੂ ਸਾਨੀ ਹੈ ਜੀ ਇਹਨਾਂ ਦਾ ਨਾਮ। ਬਾਕੀ ਅਗਰ ਆਪਾਂ ICC ਬਾਰੇ ਹੋਰ ਵੀ ਫੈਕਟ ਦੇਖੀਏ ਤਾਂ ਇਹਦੀ ਸਥਾਪਨਾ 1909 ਵਿੱਚ ਹੋਈ ਸੀ ਵੈਸੇ। ਔਰ ਇਹਦਾ ਹੈੱਡਕੁਆਟਰ ਤੁਹਾਨੂੰ ਦੁਬਈ ਵਿੱਚ ਦੇਖਣ ਨੂੰ ਮਿਲੇਗਾ, ਯਾਨੀ ਕਿ UAE ਕੰਟਰੀ ਦੇ ਵਿੱਚ। ਤਾਂ ਇੰਨੇ ਕੁ ਫੈਕਟ ਯਾਦ ਰੱਖ ਲੈਣਾ ICC ਬਾਰੇ। ਸੋ ਗੱਲ ਕਰਦੇ ਹਾਂ ਨੈਕਸਟ ਕੁਐਸਚਨ ਬਾਰੇ।
ਸੋ ਦੋਸਤੋ ਜਿਹੜਾ ਇਹ ਕੁਐਸਚਨ ਆ ਅੱਜ ਦੀ ਕਲਾਸ ਦਾ ਆਪਣਾ ਬਿਲਕੁਲ ਲਾਸਟ ਕੁਐਸਚਨ ਆ ਗਈ। ਹੋਪ ਤੁਹਾਨੂੰ ਕਲਾਸ ਇਹ ਵਧੀਆ ਲੱਗੀ ਹੋਏਗੀ ਔਰ ਆਪਾਂ ਨੇ ਜੋ ਪਿਛਲੇ ਮਹੀਨੇ ਦੀ ਆਪਣੇ ਕਰੰਟ ਅਫੇਅਰ ਨਿਊਜ਼ ਰਹਿੰਦੀਆਂ ਸੀ ਲਗਭਗ ਸਾਰੀਆਂ ਕਵਰ ਕਰ ਲਈਆਂ ਨੇ। ਔਰ ਇਸ ਤੋਂ ਇਲਾਵਾ ਜਿਹੜੀ ਆਪਣੀਆਂ ਕਰੰਟ ਅਫੇਅਰ ਪਿਛਲੇ ਮਹੀਨੇ ਦੀਆਂ ਹੈਗੀਆਂ ਸੀ ਉਹਨਾਂ ਦੀਆਂ ਸਾਰੀਆਂ ਦੀ ਜੋ ਵੀਡੀਓਜ਼ ਨੇਗੀਆਂ ਆਪਣੇ ਚੈਨਲ 'ਤੇ ਅਵੇਲੇਬਲ ਹੈਗੀਆਂ ਨੇ, ਤੁਸੀਂ ਉਹ ਵੀਡੀਓਜ਼ ਵੀ ਦੇਖ ਸਕਦੇ ਹੋ ਰਿਵੀਜ਼ਨ ਵਾਸਤੇ। ਤੇ ਬਾਕੀ ਆ ਲਾਸਟ ਕੁਐਸਚਨ ਅੱਜ ਦੀ ਕਲਾਸ ਦਾ। ਇਸ ਤੋਂ ਬਾਅਦ ਕੋਸ਼ਿਸ਼ ਕਰਾਂਗੇ ਜਿਹੜੀ ਆਪਣੇ ਹੁਣ ਵਾਲੇ ਮੰਥ ਦੇ ਆ ਮਈ ਮੰਥ ਦੀਆਂ ਵੀ ਕਰੰਟ ਅਫੇਅਰ ਆਪਣੀਆਂ ਨਿਊਜ਼ ਰਹਿੰਦੀਆਂ ਨੇ 8-9 ਦਿਨਾਂ ਦੀਆਂ, ਉਹ ਵੀ ਆਪਾਂ ਹੁਣ ਜ਼ਰੂਰ ਕਵਰ ਉਹ ਕਰਾਂਗੇ, ਠੀਕ ਹੈ ਨਾ। ਤੇ ਬਾਕੀ ਆਪਣਾ ਕੁਐਸਚਨ ਹੈ ਜੀ, ਵਿਚ ਬੈਂਕ ਹੈਜ਼ ਲਾਂਚ ਮਰਚੈਂਟ ਸਟੇਕ ਆ ਡਿਜੀਟਲ ਬੈਂਕਿੰਗ ਪਲੇਟਫਾਰਮ ਫॉर ਰਿਟੇਲ ਮਰਚੈਂਟਸ। ਕਹਿੰਦੇ ਜੀ ਕਿਸ ਬੈਂਕ ਨੇ ਪ੍ਰਚੂਨ ਵਪਾਰੀਆਂ ਲਈ ਮਰਚੈਂਟ ਸਟੇਕ ਨਾਂ ਦੀ ਇੱਕ ਡਿਜੀਟਲ ਬੈਂਕਿੰਗ ਪਲੇਟਫਾਰਮ ਨੂੰ ਲਾਂਚ ਕੀਤਾ ਗਾ। ਇੱਕ ਡਿਜੀਟਲ ਪਲੇਟਫਾਰਮ ਹੈਗਾ ਇਹ ਵਪਾਰੀਆਂ ਵਾਸਤੇ, ਜਿਹੜਾ ਕਿ ਲਾਂਚ ਕੀਤਾ ਜੀ ICICI ਬੈਂਕ ਦੇ ਵੱਲੋਂ। ਇਸ ਬੈਂਕ ਦੇ ਜੋ ਐਗਜ਼ੀਕਿਊਟਿਵ ਡਾਇਰੈਕਟਰ ਨੇ ਅਨੂਪ ਬਗਚੀ, ਉਹਨਾਂ ਦੇ ਵੱਲੋਂ ਦੇਸ਼ ਦੇ 2 ਕਰੋੜ ਮਰਚੈਂਟ ਜਾਣੀ ਕਿ ਵਪਾਰੀਆਂ ਵਾਸਤੇ ਜਿਹੜਾ ਇਹ ਮਰਚੈਂਟ ਸਟੇਕ ਨਾਂ ਦਾ ਇੱਕ ਡਿਜੀਟਲ ਪਲੇਟਫਾਰਮ ਲਾਂਚ ਕੀਤਾ ਗਿਆ ਗਾ। ਹਾਲਾਂਕਿ ਸਿੰਪਲ ਭਾਸ਼ਾ ਤੁਹਾਨੂੰ ਦੱਸਾਂ ਵੀ ਇੱਕ ਕੰਟੈਕਟਲੈਸ ਬੈਂਕਿੰਗ ਸਿਸਟਮ ਹੈ, ਜਿਵੇਂ ਕਿ ਆਪਾਂ ਦੇਖੋ ਗੂਗਲ ਪੇ ਫੋਨਪੇ ਯੂਜ਼ ਕਰਦੇ ਆਂਗੇ ਕੰਟੈਕਟਲੈਸ ਲੈਣ ਦੇਣ ਵਾਸਤੇ। ਤਾਂ ਉਸੇ ਤਰੀਕੇ ਦਾ ਇੱਕ ਮਰਚੈਂਟ ਸਟੇਕ ਡਿਜੀਟਲ ਪਲੇਟਫਾਰਮ ਹੈ ਜਿਹਨੂੰ ਲਾਂਚ ਕੀਤਾ ICICI ਬੈਂਕ ਦੇ ਵੱਲੋਂ, ਠੀਕ ਹੈ ਨਾ। ਤਾਂ ਸਿੰਪਲ ਭਾਸ਼ਾ ਵਿੱਚ ਤੁਸੀਂ ਇਹਨਾਂ ਬਾਰੇ ਯਾਦ ਰੱਖਣਾ। ਬਾਕੀ ਇਸ ਬੈਂਕ ਬਾਰੇ ਦੇਖੀਏ ਤਾਂ ਇਸ ਬੈਂਕ ਦੇ ਜੋ ਚੇਅਰਮੈਨ ਨੇ ਗਿਰੀਸ਼ ਚੰਦਰ ਚਤੁਰਵੇਦੀ ਬਣੇ ਹੋਏ ਨੇ ਐਟ ਪ੍ਰੈਂਟ। ਹੈੱਡਕੁਆਟਰ ਮੁੰਬਈ ਵਿੱਚ ਦੇਖਣ ਨੂੰ ਮਿਲੇਗਾ ਔਰ ਇਹਦੀ ਟੈਗਲਾਈਨ ਹੈਗੀ ਆ ਖਿਆਲ ਆਪਕਾ, ਠੀਕ ਹੈ ਨਾ। ਤਾਂ ਇਹਦੇ ਬਾਰੇ ਵੀ ਯਾਦ ਰੱਖਣਾ। ਬਾਕੀ ਦੇਖੋ ਜੀ ਅੱਜ ਦੀ ਕਲਾਸ ਆਈ ਹੋਪ ਤੁਹਾਨੂੰ ਵਧੀਆ ਲੱਗੀ ਹੋਏਗੀ ਔਰ ਕਲਾਸ ਵਧੀਆ ਲੱਗੀ ਤਾਂ ਨੀਚੇ ਕਮੈਂਟ ਸੈਕਸ਼ਨ ਵਿੱਚ ਵੀ ਤੁਸੀਂ ਜ਼ਰੂਰ ਦੱਸ ਸਕਦੇ ਹੋ। ਸੋ ਓਕੇ ਜੀ, ਧੰਨਵਾਦ, ਟੇਕ ਕੇਅਰ।